महला पंजवा। संतन कै सुनियत प्रभ की बात, कथा कीर्तन आनंद मंगल धुन। पूर रही दिन सियर रात रहाऊ। कर कृपा अपने प्रभ कीने, नाम अपने की कीनी दात। आठ पहर गुण गावत प्रभ के, काम क्रोध इस तन तेजात। त्रिपत अगाए पेख प्रभ दर्शना, अमृत हर रस भोजन खात। चरण शरण नानक प्रभ तेरी, कर कृपा संत संग मलात। चरण शरण नानक प्रभ तेरी, कर कृपा संत संग मिलात। शब्द गुरु साहिब श्री गुरु ग्रंथ साहिब महाराज जी दी पावन ते पवित्र हजूरी दे विच सुशोभित गुरु प्यारिओ, आप बड़े धनता दे योग हो, बड़भागे हो। आओ सतगुरां दी पावन हजूरी विच बैठण दा सुभाग मिलिया, लाहा खट गए। गुरु पातशाह जी की बख्शिश, गुरफतेह की सांझ पाइए, बाणी की विचार आरंभ करिए। सब ने बोलना जी आखियो वाहिगुरु जी का खालसा वाहिगुरु जी की फतेह। सतगुरु गुरु अर्जन साहब महाराज जी ने अज का जो पावन शब्द सानू बख्शिश कीता है, इस दे विच की उचारण कीता, की समझाया, इस दे विच किरपा कीती है पातशाह ने सत संगत दी। सत संगत विचों टिकण दे नाल मनुख नूं की प्राप्त हुंदा है, अते जो सत संगत दियां विचारां करे उहदा जीवन किवें दा बनदा है ते किवें दा होना चाहिदा है। रहाऊ दी तुक विच पातशाह ने गल कीती आ, बलाबल महला पंजवा। संतन कै सुनीअत प्रभ की बात। संतन संतन तो भाव रब दे प्यारे सत संगी जीव। कहंदे भाई तू रब दे प्यारियां विच ना रोज बैठिया कर, कट्ठे होया करो। जिन्हों आपां कह दिंदे आ भी एके च बरकत है, कट्ठे होण दे विच बरकत आ। संतन कै सुनियत प्रभ की बात। फिर उथे सत संगियां तो ना तैं प्रभु परमात्मा दे नाम दी बात ही सुननी है, कुछ होर नहीं सुनना। हुण इत्थे कुछ गल्लां स्पष्ट हो गईयां। नंबर एक ते सत संगत करन दी सानू हदायत कीती है पातशाह ने गुरु प्यारियां दी, वो आपां करदे हां। ते अगली गल जिहड़ी आ, पातशाह ने कहा कहंदे उत्थे कोई होर गल नहीं करनी।
ਜਿਹੜੀ ਆਹ ਗੱਲ ਆ ਨਾ, ਇਹ ਅੱਗੇ ਤਾਂ ਆਪਾਂ ਸੁਣਦੇ ਸੀ ਕੇਵਲ ਕਿਸੇ ਗੁਰਮੁਖ ਪਿਆਰੇ ਦੇ ਮੁਖੋਂ ਵੀ ਤੈਂ ਕੋਈ ਹੋਰ ਗੱਲ ਨਹੀਂ ਕਰਨੀ, ਕੇਵਲ ਰੱਬ ਘਰ ਦੀ ਗੱਲ ਹੀ ਕਰਨੀ ਆ, ਪਰਮੇਸ਼ਰ ਦੀ, ਪ੍ਰਮਾਤਮਾ ਦੀ, ਉਸ ਅੱਲਾ, ਖੁਦਾ, ਭਗਵਾਨ ਦੀ ਗੱਲ ਹੀ ਕਰਨੀ ਆ, ਕੋਈ ਹੋਰ ਗੱਲ ਨਹੀਂ ਕਰਨੀ। ਇਥੋਂ ਸਿੱਧ ਕੀ ਹੋਇਆਗਾ ਵੀ ਜਿੱਥੇ ਰੱਬ ਦੇ ਪਿਆਰੇ ਜੁੜਦੇ ਹੋਣ ਗੁਰੂ ਦੇ ਸਨਮੁਖ, ਵੀ ਉੱਥੇ ਦੂਜੀ ਗੱਲ ਨਹੀਂ ਹੋਣੀ ਚਾਹੀਦੀ। ਬਸ ਇਥੋਂ ਕਲੀਅਰ ਹੋ ਗਿਆ ਵੀ ਜਦੋਂ ਵੀ ਸਤ ਸੰਗਤ ਜੁੜੀ ਆ ਤੇ ਜੁੜੀ ਹੋਈ ਸਤ ਸੰਗਤ ਵਿੱਚ ਗੁਰੂ ਦੀ ਗੱਲ ਤੋਂ ਬਿਨਾ ਕੋਈ ਹੋਰ ਗੱਲ ਕਰਨ ਦਾ ਸਾਨੂੰ ਹੱਕ ਨਹੀਂ ਹੈਗਾ। ਤੇ ਜਿਹਨੂੰ ਆਪਾਂ ਇਉਂ ਵੀ ਕਹਿ ਸਕਦੇ ਹਾਂ ਵੀ ਆਪਾਂ ਲਿਖਣਾ ਪੈਂਦਾ ਆਪਾਂ ਨੂੰ ਵੀ ਚੁੱਪ ਦਾ ਦਾਨ ਬਖਸ਼ੋ। ਸਾਡੇ ਮਨ ਅੰਦਰ ਫਿਰ ਵੀ ਇਉਂ ਲੱਗਦਾ ਵੀ ਜਿਹੜੀ ਇਹ ਗੱਲ ਲਿਖੀ ਆ ਸ਼ਾਇਦ ਇਹ ਤਾਂ ਕਿਸੇ ਸੇਵਾਦਾਰ ਨੇ ਲਿਖੀ ਆ। ਪਰ ਜੇ ਆਪਾਂ ਅੱਜ ਦੀ ਇਸ ਪਾਵਨ ਪਵਿੱਤਰ ਬਾਣੀ ਨੂੰ ਗਹਿਰਾਈ ਦੇ ਨਾਲ ਵੇਖਾਂਗੇ, ਸੁਣਾਂਗੇ, ਤਾਂ ਇੱਥੋਂ ਸਪਸ਼ਟ ਹੋ ਗਿਆ ਵੀ ਗੁਰੂ ਨੇ ਹੁਕਮ ਕੀਤਾ। ਇੱਥੋਂ ਸਪਸ਼ਟ ਤਾਂ ਇਹ ਹੋ ਗਿਆ ਨਾ ਵੀ ਗੁਰੂ ਨੇ ਹਦਾਇਤ ਕੀਤੀ ਆ ਵੀ ਇੱਥੇ ਕੋਈ ਹੋਰ ਗੱਲ ਨਹੀਂ ਕਰਨੀ ਤੈਂ। ਇੱਕ ਤਾਂ ਗੱਲਾਂ ਹੋਰ ਕਰਨ ਦੀ ਜਿਹੜੀ ਗੱਲ ਆ ਉਹ ਗੁਰੂ ਸਾਹਿਬ ਨੇ ਕਹੀ ਤੀ ਸਾਨੂੰ। ਨੰਬਰ 2 ਤੇ ਜਿਸ ਕੰਮ ਦੇ ਲਈ ਇਹ ਹਾਲ ਬਣਿਆ, ਇਹ ਹਾਲ ਕਿਸ ਕੰਮ ਦੇ ਲਈ ਬਣਿਆ? ਸਤ ਸੰਗਤ ਦੇ ਲਈ। ਸਤ ਪਲੱਸ ਸੰਗਤ, ਸੱਚੀ ਸੰਗਤ ਕਰਨ ਦੇ ਲਈ ਬਣਿਆ ਤੇ ਸੱਚੀ ਸੰਗਤ ਹੀ ਹੋਣੀ ਚਾਹੀਦੀ ਆ। ਇੱਥੇ ਕਿਸੇ ਲੀਡਰ ਦਾ ਭਾਸ਼ਣ ਨਹੀਂ ਹੋਣਾ ਚਾਹੀਦਾ। ਇਹ ਵੀ ਨਾਲ ਸਾਨੂੰ ਸਮਝਾਤਾ। ਕਿਉਂ ਜਦੋਂ ਗੱਲ ਹੀ ਗੁਰੂ ਸਾਹਿਬ ਨੇ ਕਹਿੰਦੇ ਨੇ ਵੀ ਹੋਰ ਗੱਲ ਹੀ ਨਹੀਂ ਕਰਨੀ। ਬਸ ਇੱਥੇ ਇੱਕ ਤਾਂ ਉਹ ਗੱਲਾਂ ਤੇ ਰੋਕ ਲਾਤੀ ਜਿਹੜੀਆਂ ਅਸੀਂ ਘਰਾਂ 'ਚ ਕਰਦੇ ਹਾਂ, ਉਹ ਇੱਥੇ ਵੀ ਚੱਲਦੀਆਂ ਰਹਿੰਦੀਆਂ ਨੇ। ਹੁਣ ਤਾਂ ਆਪਾਂ ਸਾਰੇ ਸਤਜੁਗੀ ਜੀ ਬੈਠੇ ਆ, ਹੁਣ ਤਾਂ ਨਹੀਂ ਚੱਲਦੀ ਗੱਲ ਉਹ। ਕਈ ਵਾਰ ਵੇਖਣ ਨੂੰ ਮਿਲਦਾ ਵੀ ਗੁਰੂ ਦੀ ਗੱਲ ਘੱਟ ਸੁਣੀ ਜਾਂਦੀ ਆ ਤੇ ਆਪਣੀ ਗੱਲ ਵੱਧ ਸੁਣਾਈ ਜਾਂਦੀ ਆ। ਇਹ ਗੱਲ ਤਾਂ ਗੁਰੂ ਸਾਹਿਬ ਨੇ ਕਲੀਅਰ ਕਰ ਹੀ ਦਿੱਤੀ ਵੀ ਇੱਥੇ ਤੈਂ ਆਪਣੀ ਜ਼ੁਬਾਨ ਨੂੰ ਰੋਕ ਕੇ ਰੱਖਣਾ। ਬਸ ਅਗਲੀ ਗੱਲ ਆ ਵੀ ਇੱਥੇ ਗੁਰੂ ਤੋਂ ਬਿਨਾਂ, ਗੁਰੂ ਤੋਂ ਬਿਨਾਂ ਦੂਜੀ ਕੋਈ ਗੱਲ ਨਹੀਂ ਹੋਣੀ ਚਾਹੀਦੀ। ਦੇਖੋ ਮਾਫ ਕਰਨਾ, ਇੱਕ ਵਾਰੀ ਆਪਾਂ ਨੂੰ ਸੁਣਨ ਵਿੱਚ ਤਾਂ ਇਉਂ ਲੱਗੂਗਾ ਵੀ ਇਹ ਗੱਲ ਇਉਂ ਨਹੀਂ ਹੋਣੀ, ਗਲਤ ਕਹਿ ਰਿਹਾ ਕੋਈ ਬੰਦਾ, ਆਪਣੇ ਕੋਲੋਂ ਵੀ ਕਹਿ ਸਕਦਾ ਗਾ। ਤੇ ਤੁਸੀਂ ਅੰਗ ਨੰਬਰ ਨੋਟ ਕਰ ਲਓ ਸਾਰੇ ਜਣੇ, ਤੇ ਅੰਗ ਨੰਬਰ ਨੋਟ ਕਰਕੇ ਨਾ ਤੇ ਉੱਥੇ ਜਾ ਕੇ ਪੜ੍ਹ ਕੇ ਵੇਖਿਓ ਬਿਲਾਵਲ ਰਾਗ ਦੇ ਵਿੱਚ। ਤੇ ਉੱਥੇ ਗੁਰੂ ਸਾਹਿਬ ਨੇ ਇਦਾਂ ਹੀ ਲਿਖਿਆ, ਸੰਤਨ ਕੈ ਸੁਨੀਅਤ ਕੇਵਲ ਕੱਲੀ। ਕਿਹੜੀ ਗੱਲ? ਪ੍ਰਭ ਕੀ ਬਾਤ। ਦੂਜੀ ਗੱਲ ਕਰਨ ਦੇ ਲਈ ਬਾਹਰ ਥੜਾ ਬਣਿਆ ਹੋਇਆ, ਬਾਹਰ ਸਟੇਜ ਬਣੀ ਵੀ ਆ, ਬਾਹਰ ਗੱਲਬਾਤ ਕਰ ਸਕਦਾ, ਇੱਥੇ ਨਹੀਂ ਹੋਣੀ। ਇੱਥੇ ਤਾਂ ਇੱਕੋ ਹੀ ਗੱਲ ਹੋਊ ਇਕੱਲੀ ਬਸ। ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਮੀਰੀ ਤੇ ਪੀਰੀ ਦਾ ਸੰਧਾਨ ਦਿੱਤਾ। ਮੈਂ ਲਫ਼ਜ਼ ਵਰਤਿਆ ਗੁਰੂ ਨਾਨਕ ਸਾਹਿਬ ਨੇ। ਸਾਡੇ ਦਿਮਾਗ ਵਿੱਚ ਇਦਾਂ ਦਾ ਖਿਆਲ ਬਣ ਸਕਦਾ ਵੀ ਨਹੀਂ, ਅਸੀਂ ਤਾਂ ਸੁਣਿਆ ਛੇਵੇਂ ਪਾਤਸ਼ਾਹ ਨੇ ਬਖਸ਼ਿਆ। ਜੀ ਜ਼ਰੂਰ ਬਖਸ਼ਿਆ, ਪਰ ਛੇਵੇਂ ਪਾਤਸ਼ਾਹ ਨੇ ਤਾਂ ਮੋਹਰ ਲਾਈ ਆ, ਤੇ ਜਿਹੜੀ ਬਖਸ਼ਿਸ਼ ਆ ਉਹ ਤਾਂ ਗੁਰੂ ਨਾਨਕ ਸਾਹਿਬ ਨੇ ਕਰਤੀ ਸੀ। ਛੇਵੇਂ ਪਾਤਸ਼ਾਹ ਨੇ ਤਾਂ ਪ੍ਰਤੱਖ ਵਿਖਾਇਆ ਵੀ ਜਿਹੜੀ ਗੁਰੂ ਦੀ ਗੱਲ ਹੋਣੀ ਆ ਉਹ ਤਾਂ ਹਰਿਮੰਦਰ ਸਾਹਿਬ 'ਚ ਹੋਊ, ਦਰਬਾਰ ਸਾਹਿਬ ਦੇ ਵਿੱਚ ਹੋਣੀ ਆ। ਤੇ ਜਿਹੜੀ ਕੋਈ ਦੁਨਿਆਵੀ ਗੱਲ ਆ ਉਹ ਅਕਾਲ ਤਖਤ ਤੇ ਹੋਊਗੀ, ਉੱਥੇ ਬਸ ਚੱਲਾ, ਇੱਥੇ ਨਹੀਂ ਹੋਣੀ, ਉੱਥੇ ਹੋ ਜਿਹੜੀ ਹੋਣੀ ਆ। ਇੱਥੋਂ ਸਿੱਧ ਹੋ ਗਿਆ ਵੀ ਗੁਰੂ ਦੀ ਗੱਲ ਤੋਂ ਬਿਨਾਂ, ਭਾਵ ਬਾਣੀ ਤੋਂ ਬਿਨਾਂ, ਸਤਿਗੁਰਾਂ ਦੇ ਪਾਵਨ ਪਵਿੱਤਰ ਸ਼ਬਦ ਕੀਰਤਨ ਤੋਂ ਬਿਨਾਂ, ਸ਼ਬਦ ਵਿਚਾਰ ਤੋਂ ਬਿਨਾਂ ਇੱਥੇ ਕੋਈ ਗੱਲ ਹੋਰ ਕਰਨ ਦਾ ਹੱਕ ਹੈ ਹੀ ਨਹੀਂ। ਤੇ ਜੇ ਕੋਈ ਪੁੱਛੇ ਕਿਹਨੇ ਕਿਹਾਗਾ, ਇਹ ਪੰਜਵੇਂ ਪਾਤਸ਼ਾਹ ਨੇ ਕਿਹਾਗਾ। ਕਈ ਵਾਰ ਕੋਈ ਜ਼ਿਆਦਾ ਤੱਤਾ ਹੁੰਦਾ ਨਾ, ਗਰਮ ਹੁੰਦਾ ਗਾ, ਵੀ ਕਿਹਨੇ ਕਿਹਾ ਤੁਹਾਨੂੰ, ਕਿਹਨੇ ਫੈਸਲਾ ਦਿੱਤਾ ਇਹ, ਉਦੋਂ ਅਸੀਂ ਹੱਥ ਬੰਨ੍ਹ ਕੇ ਗੱਲ ਕਹਿਣੀ ਆ ਵੀ ਪੰਜਵੇਂ ਪਾਤਸ਼ਾਹ ਨੇ ਕਹਿਤਾ ਭਾਈ ਸਾਨੂੰ ਇਹ। ਤੇ ਅਸੀਂ ਪੰਜਵੇਂ ਪਾਤਸ਼ਾਹ ਦੀ ਸੁਣੀ ਹੋਈ ਗੱਲ ਅੱਗੇ ਚੌਂਕੀਦਾਰੇ ਦੇ ਤੌਰ ਤੇ ਰਿਪੀਟ ਕਰਤੀ, ਚੌਂਕੀਦਾਰਾ ਨਿਭਾਤਾ ਅਸੀਂ। ਤੇ ਹੁਣ ਸਾਡੇ ਨਾਲ ਮੱਥਾ ਨਾ ਲਾ, ਜੇ ਤੈਨੂੰ ਤਕਲੀਫ ਆ ਤਾਂ ਪੰਜਵੇਂ ਪਾਤਸ਼ਾਹ ਨਾਲ ਮੱਥਾ ਲਾ ਲਾ।
ਇਹੀ ਕਹਿ ਸਕਦੇ ਆਪਾਂ ਨਾ ਵੀ ਜੇ ਤਕਲੀਫ ਆ ਤਾਂ ਪੰਜਵੇਂ ਪਾਤਸ਼ਾਹ ਨਾਲ ਮੱਥਾ ਲਾ ਲਾ। ਚਲੋ ਤੁਸੀਂ ਬੜੇ ਸਤਿਕਾਰਯੋਗ ਹੋ, ਇਸ ਗੱਲ ਨੂੰ ਸਮਝਦੇ ਹੋ। ਨਹੀਂ ਹਰ ਬੰਦਾ ਇਸ ਗੱਲ ਨੂੰ ਨਹੀਂ ਸਮਝਦਾ। ਜਿਹਨੂੰ ਆਪਾਂ ਕਹਿ ਦਈਏ ਨਾ ਜੱਗ ਮੈਂ ਉੱਤਮ ਕਾਢੀਐ ਬਿਰਲੇ ਕਈ ਕੇ, ਉਹ ਤੁਸੀਂ ਜੀਵ ਹੋ ਜਿਹੜੇ ਜਗਤ ਦੇ ਵਿੱਚ ਨਾ ਵਿਰਲੇ ਵਿਰਲੇ ਨੇ ਜਿਨ੍ਹਾਂ ਤੇ ਇਹ ਬਖਸ਼ਿਸ਼ ਹੁੰਦੀ ਆ। ਬੁੱਝਣ ਵਾਲੀ, ਸਮਝਣ ਵਾਲੀ ਕਹਿ ਲੋ, ਸੁਣਨ ਵਾਲੀ ਬਖਸ਼ਿਸ਼ ਹੁੰਦੀ ਆ। ਨਹੀਂ ਹਰ ਇੱਕ ਦੇ ਵੱਸ ਦਾ ਗੱਲ ਨਹੀਂ ਹੁੰਦਾਗਾ। ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੁੰਦੀ ਕਿ ਵੀ ਗੁਰੂ ਦੇ ਹਰ ਇੱਕ ਪੁਆਇੰਟ ਨੂੰ ਸਮਝ ਲਈ। ਬਸ ਇੱਥੇ ਲਿਖਿਆ ਕੀ ਆ, ਦੁਨਿਆਵੀ ਤਲ ਤੇ ਪਾਤਸ਼ਾਹ ਜੀ ਕਹਿੰਦੇ ਰੋਜ਼ ਸੰਗਤ ਕਰਿਆ ਕਰ। ਚਲੋ ਇਹ ਤਾਂ ਆਪਾਂ ਜਾਣਦੇ ਆ, ਸਾਰੇ ਇਸ ਗੱਲ ਨੂੰ ਸਮਝਦੇ ਵੀ ਆ ਵੀ ਅਸੀਂ ਸੰਗਤ ਕਰਨੀ ਵੀ ਆ, ਕੋਈ ਸ਼ੱਕ ਨਹੀਂ। ਜਿੱਥੇ ਸਾਡੇ ਕੋਲੇ ਇੰਨੇ ਕੰਮ ਆ ਨਾ, ਉਹਨਾਂ ਕੰਮਾਂ ਦੇ ਵਿੱਚੋਂ ਆ ਵੀ ਇੱਕ ਕੰਮ ਬਣਾ ਲਈਏ ਵੀ ਆਹ ਸੰਗਤ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ। ਤੇ ਫਿਰ ਭਗਤ ਕਬੀਰ ਸਾਹਿਬ ਨੇ ਤਾਂ ਲਿਖਿਆ ਨਾ, ਸਾਨਕ ਸਨੰਦ ਮਿਹੇਸ ਸਮਾਨਾ, ਸੇਖ ਨਾਗ ਤੇਰੂ ਮਰਮ ਨਾ ਜਾਨਾ, ਸਤ ਸੰਗਤ ਰਾਮ ਹਿਰਦੈ ਵਸਾਈ। ਪਿੱਛੇ ਸਾਰਿਆਂ ਨੂੰ ਕੱਟ ਕੇ ਨਾ ਫਿਰ ਗੱਲ ਕਿੱਥੇ ਲਿਆ ਕੇ ਰੁਕਦੀ, ਸਤ ਸੰਗਤ ਰਾਮ ਹਿਰਦੈ ਵਸਾਈ। ਮੈਨੂੰ ਤਾਂ ਨਾ ਵਾਹਿਗੁਰੂ ਦੀ ਸੰਗਤ ਤੋਂ ਬਿਨਾ ਕਿਤੇ ਵੀ ਜਾ ਕੇ ਟੇਕ ਨਹੀਂ ਆਉਂਦੀ। ਬਸ ਇੱਕ ਤਾਂ ਕਰਨੀ ਰੱਬ ਦੇ ਪੈਰਾਂ ਦੀ ਸੰਗਤ ਆ, ਦੂਜਾ ਜਾਣਾ ਕਿਤੇ ਨਹੀਂ, ਤੇ ਤੀਜਾ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਕਰਨ ਵੇਲੇ ਆਪਣੀ ਜ਼ੁਬਾਨ ਬੰਦ ਰੱਖਣੀ ਆ, ਕੰਨ ਖੋਲ ਕੇ ਗੁਰੂ ਦੀ ਗੱਲ ਸੁਣਨੀ ਆ। ਆਹ ਕੰਮ ਤੇਰੇ ਲਈ ਜ਼ਰੂਰੀ ਆ ਭਾਈ। ਇਹ ਕਿਸੇ ਬੰਦੇ ਦੀ ਹਦਾਇਤ ਨਹੀਂ, ਕਿਸੇ ਪ੍ਰਬੰਧਕ ਦੀ, ਕਿਸੇ ਰਾਗੀ ਢਾਡੀ ਪ੍ਰਚਾਰਕ ਦੀ ਹਦਾਇਤ ਨਹੀਂ, ਇਹ ਪੰਜਵੇਂ ਪਾਤਸ਼ਾਹ ਦੀ ਹਦਾਇਤ ਆ। ਮੰਨ ਲਵੋ ਸਿਆਣਿਆਂ ਦੇ ਬੋਲ ਨੇ ਇਹ। ਆਪਣੇ ਨਗਰ ਵਿੱਚ, ਆਪਣੇ ਘਰਾਂ ਦੇ ਵਿੱਚ ਸਿਆਣੀਆਂ ਮਾਵਾਂ ਦੇ ਤੇ ਸਿਆਣੇ ਪਿਤਾ ਸਾਹਿਬਾਨਾਂ ਦੀ, ਬਜ਼ੁਰਗਾਂ ਦੀ ਇਹ ਕਹਾਵਤ ਆ ਵੀ ਭੋਜਨ ਛਕਣ ਵੇਲੇ ਨਾ ਕੇਵਲ ਕੱਲਾ ਭੋਜਨ ਛਕਣ 'ਚ ਹੀ ਧਿਆਨ ਰੱਖਣਾ ਚਾਹੀਦਾ, ਹੋਰ ਪਾਸੇ ਧਿਆਨ ਨਹੀਂ ਦੇਣਾ ਚਾਹੀਦਾ। ਸਿਆਣਿਆਂ ਦੀ ਆਪਾਂ ਲਫ਼ਜ਼ ਵਰਤਿਆ ਇੱਥੇ ਸਿਆਣੇ, ਤੇ ਨਹੀਂ ਕੀ ਆ ਵੀ ਮਨੁੱਖ ਭੋਜਨ ਵੀ ਛਕ ਰਿਹਾ ਤੇ ਧਿਆਨ ਉਹਦਾ ਇੱਧਰ ਉੱਧਰ ਵੀ ਭਟਕ ਰਿਹਾਗਾ। ਤਾਈਓ ਅੱਜ ਜ਼ਿਆਦਾ ਮਨੁੱਖ ਬਿਮਾਰੀਆਂ ਦਾ ਸ਼ਿਕਾਰ ਹੋ ਗਿਆ। ਵੀ ਸਭ ਤੋਂ ਅਹਿਮ ਕੰਮ ਸੀ ਭਜਨ ਛਕਣਾ ਤੇ ਸਭ ਤੋਂ ਅਹਿਮ ਕੰਮ ਸੀ ਭੋਜਨ ਛਕਣਾ। ਬੰਦੇ ਕੋਲੋਂ ਦੋਨੀ ਖੁੱਸ ਗਏ। ਭੋਜਨ ਖਾਣ ਵੇਲੇ ਵੀ ਟੇਕ ਨਹੀਂ, ਭਜਨ ਖਾਣ ਵੇਲੇ ਵੀ ਟੇਕ ਨਹੀਂ। ਭਜਨ ਤੇ ਭੋਜਨ ਹੁਣ ਕੀ ਚੱਲ ਰਿਹਾ ਹੈਗਾ, ਲੰਗਰ ਕਾਹਦਾ ਚੱਲੀ ਜਾਂਦਾ ਹੁਣ, ਭਜਨ ਦਾ। ਰੱਬੀ ਬਾਣੀ ਦੀ ਵਿਚਾਰ ਭਜਨ ਦਾ ਲੰਗਰ ਆ ਨਾ, ਤੇ ਭੋਜਨ ਦਾ ਲੰਗਰ ਉਹ ਆਪਣੇ ਘਰਾਂ 'ਚ ਚੱਲਦਾ। ਚਲੋ ਵਾਹਿਗੁਰੂ ਨੇ ਕਿਰਪਾ ਕੀਤੀ ਆ, ਭੋਜਨ ਤੇ ਭਜਨ ਖਾਣ ਵੇਲੇ ਟਿਕਿਆ ਕਰ, ਸਹਿਜ ਦੇ ਵਿੱਚ ਆਇਆ ਕਰ। ਇਹ ਤਾਂ ਨਾ 24 ਘੰਟੇ ਕੰਮ ਮੁੱਕਣੇ ਨਹੀਂ, ਪਰ ਭਜਨ ਕਰਨ ਵੇਲੇ ਤੇ ਭੋਜਨ ਕਰਨ ਵੇਲੇ ਬਸ ਬਿਲਕੁਲ ਸ਼ਾਂਤ ਚਿੱਤ ਹੋ ਕੇ ਇਹ ਕਿਰਿਆ ਨਿਭਾਇਆ ਕਰ। ਫਿਰ ਪਾਤਸ਼ਾਹ ਜੀ ਕਹਿੰਦੇ ਤੇਰੇ ਜੀਵਨ ਦੇ ਵਿੱਚ ਨਾ ਸੁਰਖਰੂਪਣ ਆ ਸਕਦਾ, ਜਿਹਨੂੰ ਆਪਾਂ ਸੌਖਾਪਣ ਕਹਿ ਦਿੰਦੇ ਆ, ਸ਼ਾਂਤੀ ਸਹਿਜ ਵਾਲਾਪਣ ਕਹਿ ਦਿੰਦੇ ਆ। ਚਲੋ ਅਗਲੇ ਸਟੈਪ ਵਿੱਚ ਚਲੇ ਗਏ। ਆਪਾਂ ਇਹਨੂੰ ਸਮਝ ਲਿਆ ਵੀ ਗੁਰੂ ਸਾਹਿਬ ਨੇ ਸਾਨੂੰ ਇਹ ਹਦਾਇਤ ਕਰਤੀ ਭਾਈ ਵੀ ਇੱਥੇ ਗੁਰੂ ਦੀ ਸੰਗਤ ਕਰਿਆ ਕਰ, ਬੋਲਣਾ ਨਹੀਂ, ਸੁਣਨ ਦੀ ਕੋਸ਼ਿਸ਼ ਕਰਨੀ ਆ, ਤੇ ਨਾ ਹੀ ਕੋਈ ਇੱਥੇ ਕਿਸੇ ਹੋਰ ਦਾ ਗੁਰੂ ਤੋਂ ਬਿਨਾ ਗੱਲ ਹੋ ਸਕਦੀ ਆ। ਪਰ ਸੱਚੀ ਜੀ ਗੱਲ ਇਹ ਕਹਿਣੀ ਪੈਣੀ ਆ ਵੀ ਅੱਜ ਗੁਰੂ ਨਾਨਕ ਦਾ ਘਰ ਗੁਰੂ ਦਾ ਘਰ ਨਹੀਂ ਰਿਹਾ, ਇੱਕ ਹੋਕਾ ਘਰ ਬਣ ਗਿਆ। ਜਿਹੜਾ ਕੰਮ ਚੌਂਕੀਦਾਰ ਦਾ ਸੀ ਨਾ, ਉਹ ਗੁਰੂ ਨਾਨਕ ਬਾਬੇ ਨੂੰ ਕਰਨਾ ਪੈਂਦਾ, ਖੁਦ ਨੂੰ ਕਰਨਾ। ਤਾਂ ਆਪਾਂ ਗੁਰੂ ਨਾਨਕ ਦਾ ਚੌਂਕੀਦਾਰ ਸੀ, ਕਰਨੀ ਤਾਂ ਆਪਾਂ ਗੁਰੂ ਨਾਨਕ ਸਾਹਿਬ ਦੇ ਘਰ ਦਾ ਚੌਂਕੀਦਾਰ ਸੀ ਨਾ, ਤੇ ਉਲਟਾ ਗੁਰੂ ਨਾਨਕ ਸਾਹਿਬ ਦੇ ਦਰ ਨੂੰ, ਗੁਰੂ ਨੂੰ ਭਾਵ ਲੋਕਾਂ ਦਾ ਚੌਂਕੀਦਾਰਾ ਕਰਨਾ ਪੈਂਦਾ। ਕਹਾਣੀ ਉਲਟ ਬਣ ਗਈ ਤੇ ਸੁੱਖ ਕਿੱਥੋਂ ਭਾਲਦੇ ਆਪਾਂ, ਕਿ ਮਿਲ ਜਾਣਗੇ ਕਿਤੋਂ। ਕੰਮ ਤਾਂ ਭਾਵ ਜਿਹੜਾ ਪੁੱਤ ਨੇ ਕਰਨਾ ਸੀ ਨਾ, ਵਾਹਿਗੁਰੂ ਬਾਪੂ ਨੇ ਕਰਨਾ ਸੀ, ਉਹ ਬਾਪੂ ਦੇ ਹਿੱਸੇ ਵਿੱਚ, ਹੱਕ ਵਿੱਚ ਹੀ ਆਉਂਦਾਗਾ।
ਤੇ ਪਰ ਹੋ ਕੀ ਗਿਆ, ਬਾਪੂ ਵਾਲਾ ਕੰਮ ਨਾ ਪੁੱਤ ਨੂੰ ਕਰਨਾ ਪੈ ਰਿਹਾ ਤੇ ਪੁੱਤ ਵਾਲਾ ਕੰਮ ਬਾਪੂ ਨੂੰ ਕਰਨਾ ਪੈ ਰਿਹਾ। ਚੌਂਕੀਦਾਰਾ ਕਰਨਾ ਸੀ ਬਾਬੇ ਨਾਨਕ ਦੇ ਘਰ ਦਾ, ਪਰ ਬਾਬੇ ਨਾਨਕ ਦੇ ਘਰ ਨੂੰ ਲੋਕਾਂ ਦਾ ਚੌਂਕੀਦਾਰਾ ਕਰਨਾ ਪੈ ਰਿਹਾ ਗਾ। ਗੱਲ ਸੱਚੀ ਜ਼ਰੂਰ ਆ, ਕੌੜੀ ਲੱਗੂਗੀ, ਪਰ ਅੱਜ ਦੀ ਹਕੀਕਤ ਆ ਇਹ। ਜੇ ਨਹੀਂ ਹੈਗੀ ਤਾਂ ਤੁਸੀਂ ਅੰਦਾਜ਼ਾ ਲਾਓ। ਗੁਰੂ ਸਾਹਿਬ ਤਾਂ ਕਹਿੰਦੇ ਇੱਥੇ ਕੇਵਲ ਇੱਕੋ ਹੀ ਗੱਲ ਹੋਣੀ ਚਾਹੀਦੀ ਹੈ। ਰਸੋਈ 'ਚ ਨਾ ਕੇਵਲ ਭੋਜਨ ਹੀ ਤਿਆਰ ਹੁੰਦਾ, ਰਸੋਈ 'ਚ ਲੀੜੇ ਨਹੀਂ ਧੋਤੇ ਜਾਂਦੇਗੇ, ਰਸੋਈ 'ਚ ਨਾ ਕੱਪੜੇ ਨਹੀਂ ਧੋਤੇ ਜਾਂਦੇਗੇ, ਕੇਵਲ ਭੋਜਨ ਆ। ਕੱਪੜੇ ਧੋਣ ਦੀ ਜਗ੍ਹਾ ਅਲੱਗ ਬਣੀ ਹੈ ਨਾ। ਇਵੇਂ ਜਿਵੇਂ ਗੁਰੂ ਸਾਹਿਬ ਜੀ ਸਾਨੂੰ ਇਸ਼ਾਰਾ ਕਰਦੇ ਨੇ, ਜਿਹੜੀ ਆਹ ਜਗ੍ਹਾ ਜਿੱਥੇ ਬੈਠਾ ਨਾ, ਇੱਥੇ ਜਿਹੜੇ ਕੰਮ ਲਈ ਇਹ ਜਗ੍ਹਾ ਬਣਾਈ ਆ, ਇਹ ਤੋਂ ਉਹੀ ਕੰਮ ਲੈ, ਇਹ ਤੋਂ ਹੋਰ ਕੰਮ ਨਾ ਲੈ। ਤੇ ਅੱਜ ਕੀ ਕੰਮ ਲੈਣਾ ਸ਼ੁਰੂ ਕਰਤਾ, ਉਹ ਖਾਲੀ ਥਾਂ ਤੁਸੀਂ ਖੁਦ ਆਪ ਭਰ ਲਿਓ। ਨੰਬਰ 2 ਤੇ ਅਗਲੇ ਸਟੈਪ ਵਿੱਚ, ਜਾਣੀ ਕਿ ਅਗਲੀ ਪੌੜੀ ਤੇ ਆਪਾਂ ਜਦੋਂ ਚੜਾਂਗੇ, ਫਿਰ ਗੁਰੂ ਸਾਹਿਬ ਨੇ ਕੀ ਕਿਹਾ, ਸਤ ਸੰਗਤ ਕਰਿਆ ਕਰ। ਪਹਿਲਾਂ ਤਾਂ ਸਾਰੇ ਸਤ ਸੰਗੀਆਂ ਬੰਨੀ ਹੱਥ ਕੀਤਾ ਪਾਤਸ਼ਾਹ ਨੇ, ਫਿਰ ਉਦੋਂ ਬਾਅਦ ਕਿਹਾਗਾ ਆਪਣੇ ਮਨ ਦੀ, ਆਪਣੇ ਜਾਣੀ ਕਿ ਮਨ ਦੀ ਨਾ, ਆਪਣੇ ਸਰੀਰ ਦੇ ਪਰਿਵਾਰ ਨਾਲ ਸਤ ਸੰਗਤ ਕਰਿਆ ਕਰ। ਇਹ ਵੀ ਤੇਰੇ ਲਈ ਜ਼ਰੂਰੀ ਆ। ਜਿੱਥੇ ਆਪਾਂ ਸਤ ਸੰਗੀਆਂ ਦੇ ਵਿੱਚ ਇਕੱਠੇ ਬੈਠਣਾ ਨਾ, ਇਕੱਠੇ ਬੈਠ ਕੇ ਗੱਲਬਾਤ ਗੁਰੂ ਦੀ ਸੁਣਨੀ ਆ, ਇੱਥੇ ਪਾਤਸ਼ਾਹ ਜੀ ਕਹਿੰਦੇ ਅੱਖਾਂ ਨੂੰ, ਕੰਨਾਂ ਨੂੰ, ਜੀਭ ਨੂੰ, ਹੱਥਾਂ ਨੂੰ, ਪੈਰਾਂ ਨੂੰ ਤੂੰ ਇਕੱਠੇ ਬਹਾਇਆ ਕਰ। ਹੁਣ ਚੇਤਾ ਰੱਖਿਓ, ਆਪਣੇ ਨਾ ਹੱਥ ਕਿਸੇ ਪਾਸੇ ਹੋਰ ਜਾਂਦੇ ਨੇ, ਪੈਰ ਕਿਸੇ ਪਾਸੇ ਹੋਰ ਜਾਂਦੇ ਨੇ, ਅੱਖਾਂ ਕਿਸੇ ਪਾਸੇ ਹੋਰ ਤੁਰੀਆਂ ਫਿਰਦੀਆਂ ਨੇ, ਕੰਨ ਕਿਸੇ ਪਾਸੇ ਹੋਰ ਤੁਰੇ ਫਿਰਦੇ ਨੇ, ਜੀਭ ਕਿਸੇ ਪਾਸੇ ਹੋਰ ਤੁਰੀ ਫਿਰਦੀ ਆ। ਇਹ ਆਪਣੇ ਆਪ ਤੇ ਗੱਲ ਨਾ ਸਰਚ ਕਰਕੇ ਵੇਖੋ, ਬਿਲਕੁਲ ਸੇਮ ਆ। ਜਿਹਨੂੰ ਆਪਾਂ ਕਹਿ ਦਈਏ ਬੰਦਾ ਸੋਚਦਾ ਹੋਰ ਆ ਤੇ ਕਰੀ ਕੁਛ ਹੋਰ ਜਾਂਦਾਗਾ। ਭਾਵ ਕੀ ਆ, ਪਾਤਸ਼ਾਹ ਕਹਿੰਦੇ ਇਹ ਆਪਣੇ ਪਰਿਵਾਰ ਨੂੰ ਨਾ, ਆ ਨਿੱਜੀ ਪਰਿਵਾਰ ਜਿਹੜਾ ਤੇਰਾ ਆਪਣਾ ਪਰਿਵਾਰ ਆ, ਇਹ ਪਰਿਵਾਰ ਨੂੰ ਤੂੰ ਦਿਹਾੜੀ 'ਚ ਨਾ ਇੱਕ ਅੱਧੀ ਵਾਰ ਇਕੱਠੇ ਬਹਾਇਆ ਕਰ ਸਾਰਿਆਂ ਨੂੰ। ਫਿਰ ਇਹਨਾਂ ਦੀ ਅੱਡੋ ਅੱਡ ਗੱਲਬਾਤ ਸੁਣ। ਤੂੰ ਪਹਿਲਾਂ ਮਨ ਨੂੰ ਕਿਹਾਗਾ, ਪਹਿਲਾਂ ਸੁਣਿਆ ਕਰ ਤੇ ਫਿਰ ਤੂੰ ਇਹਨਾਂ ਨੂੰ ਸੁਣਾਉਣਾਗਾ। ਤੇ ਸਾਰਿਆਂ ਦਾ ਮੂਲ ਕੀ ਆ, ਮਨ। ਮਨ ਰਾਜਾ ਸੁਲਤਾਨ ਤੂੰ। ਮਨ ਰਾਜਾ ਗਾ, ਮਨ ਰਾਜੇ ਨੂੰ ਗੁਰੂ ਸਾਹਿਬ ਨੇ ਹਦਾਇਤ ਕਰਤੀ ਵੀ ਆਪਣੇ ਇਸ ਪਰਿਵਾਰ ਨੂੰ ਭਾਈ ਸਤ ਸੰਗਤ ਦੇ ਰੂਪ 'ਚ ਨਾ ਇਕੱਠਿਆਂ ਬਹਾਇਆ ਕਰ। ਫਿਰ ਤੈਨੂੰ ਪਤਾ ਲੱਗੂਗਾ ਵੀ ਮੇਰਾ ਜਿਹੜਾ ਆਪਣਾ ਪਰਿਵਾਰ ਆ, ਇਹ ਸਹੀ ਚੱਲ ਰਿਹਾ ਜਾਂ ਗਲਤ ਚੱਲ ਰਿਹਾ ਗਾ। ਜੇ ਤਾਂ ਸਹੀ ਚੱਲ ਰਿਹਾ ਤਾਂ ਸ਼ਾਬਾਸ਼ੇ, ਜੇ ਗਲਤ ਚੱਲ ਰਿਹਾ ਤਾਂ ਕੰਟਰੋਲ ਕਰ ਲਈ। ਜੇ ਗਲਤ ਚੱਲਦਾ ਨਾ ਫਿਰ ਕੰਟਰੋਲ ਕਰਨੀ। ਹੱਥ ਨੇ ਵਿਚਾਰੇ ਰਿਸ਼ਵਤ ਲੈਣ ਗਿੱਝ ਗਏ, ਪੈਰ ਨੇ ਉਹ ਠੇਕੇ ਤੇ ਜਾਣ ਗਿੱਝ ਗਏ, ਅੱਖਾਂ ਨੇ ਉਹ ਮਾੜਾ ਵੇਖਣ ਗਿੱਝ ਗਈਆਂ, ਕੰਨ ਮਾੜਾ ਸੁਣਨ ਗਿੱਝ ਗਏ, ਜੀਭ ਮਾੜਾ ਬੋਲਣ ਗਿੱਝ ਗਈ। ਜਿਹਨੂੰ ਆਪਾਂ ਕਹਿੰਦੇ ਆ ਹਰ ਟਾਈਮ ਗਲਤੀ ਬੋਲਣਾ, ਫਿੱਕਾ ਬੋਲਣਾ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਕਿੱਡੀ ਘਟੀਆ ਬਿਮਾਰੀ ਹੈ ਨਾ, ਜੀਭ ਘਟੀਆ ਬੋਲੂਗੀ, ਪੂਰੇ ਦਾ ਪੂਰਾ ਤਨ ਤੇ ਮਨ ਫਿੱਕਾ ਪੈ ਜਾਊਗਾ, ਬੇਰਸਾ ਹੋ ਜਾਊਗਾ, ਜਿਹਦੇ ਵਿੱਚ ਰਸ ਕੋਈ ਨਹੀਂ। ਅੱਛਾ, ਜੀਭ ਚੰਗਾ ਬੋਲੇ ਤਾਂ ਸਾਰੇ ਦਾ ਸਾਰਾ ਸਰੀਰ ਰਸ ਨਾਲ ਭਰ ਜਾਊਗਾ। ਇੰਨੀ ਫਰਕ ਹੈਗਾ। ਮੇਰੇ ਖਿਆਲ ਮੁਤਾਬਕ ਤੁਸੀਂ ਸਮਝ ਗਏ ਹੋਵੋਗੇ ਵੀ ਗੁਰੂ ਸਾਹਿਬ ਨੇ ਪਹਿਲਾਂ ਤਾਂ ਵਾਰੀ ਤੌਰ ਤੇ ਸੰਗਤ ਵੱਲ ਹੱਥ ਕੀਤਾ। ਤੂੰ ਰੋਜ਼ ਸਤ ਸੰਗਤ ਵਿੱਚ ਬੈਠਿਆ ਕਰ। ਇੱਥੇ ਇੱਕ ਕੇਵਲ ਗੁਰੂ ਦੀ ਗੱਲ ਹੋਣੀ ਚਾਹੀਦੀ ਆ, ਦੂਜੀ ਗੱਲ ਨਹੀਂ ਹੋਣੀ ਚਾਹੀਦੀ। ਤੇ ਇਹ ਤਾਂ ਅੱਜ ਆਪਾਂ ਬਾਣੀ ਚੋਂ ਪੜ੍ਹ ਲਿਆ। ਸ਼ੁਕਰ ਆ, ਮੈਂ ਤਾਂ ਪੰਜਵੇਂ ਪਾਤਸ਼ਾਹ ਦਾ ਧੰਨਵਾਦ ਕਰਦਾ ਜਿਹਨੇ ਇਹ ਸ਼ਬਦ ਸਾਡੇ ਮੂਹਰੇ ਅੱਜ ਰੱਖਤਾ। ਹੁਣ ਗਾਹਾਂ ਨੂੰ ਨਾ ਪਤਾ ਲੱਗ ਗਿਆ ਵੀ ਚੁੱਪ ਕਰਾਉਣ ਦੀ ਗੱਲ ਇਹ ਪ੍ਰਬੰਧਕਾਂ ਜਾਂ ਰਾਗੀ ਢਾਡੀ ਗ੍ਰੰਥੀਆਂ ਦੀ ਨਹੀਂ ਹੈ, ਤੇ ਚੁੱਪ ਕਰਨ ਦੇ ਲਈ ਤਾਂ ਗੁਰੂ ਸਾਹਿਬ ਵੀ ਕਹਿ ਰਹੇ ਨੇ ਵੀ ਚੁੱਪ ਕਰਕੇ ਬੈਠ ਜਾ। ਇੱਥੇ ਨਹੀਂ ਬੋਲਣਾ ਤਾਂ ਬਾਹਰ ਜਾ ਕੇ ਬੋਲਣੀ, ਤੇਰਾ ਇੱਥੇ ਬੋਲਣ ਦਾ ਮਤਲਬ ਨਹੀਂ, ਹੱਕ ਨਹੀਂ ਹੈ। ਤੇ ਦੂਜੀ ਗੱਲ ਕੀ ਕਹਿਤੀ, ਇੱਥੇ ਕੇਵਲ ਗੁਰੂ ਦੀ ਗੱਲ ਹੀ ਹੋਣੀ ਚਾਹੀਦੀ ਆ, ਰੱਬ ਦੀ ਸਤ ਸੰਗੀਆਂ ਵਿੱਚ ਗੱਲ ਹੋਣੀ ਚਾਹੀਦੀ ਆ, ਤੀਜੀ ਗੱਲ ਨਹੀਂ ਹੋਣੀ ਚਾਹੀਦੀ ਦੂਜੀ ਕੋਈ। ਤੇ ਜੇ ਇੱਥੇ ਗੱਲ ਕਹੀ ਆ ਤਾਂ 10ਵੇਂ ਪਾਤਸ਼ਾਹ ਨੇ ਕਦੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਵੀ ਇਹ ਮਤਾ ਪਾਇਆ ਸੀ। ਇਹ ਮਤਾ ਪਾਇਆ ਸੀ, ਭਾਵ ਕਿਹੜਾ ਮਤਾ ਪਾਇਆ ਸੀ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਊਗਾ, ਇਹ ਬਕਾਇਦਾ ਰਹਿਤ ਮਰਿਆਦਾ ਵਿੱਚ ਲਿਖਿਆ ਹੋਇਆ, ਜਿੱਥੇ ਹੋਊਗਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਉੱਥੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਗੱਲ, ਭਾਈ ਗੁਰਦਾਸ ਦੀਆਂ ਵਾਰਾਂ ਦੀ ਗੱਲ ਤੇ ਨੰਦ ਲਾਲ ਦੀਆਂ ਗਜ਼ਲਾਂ ਦੀ ਗੱਲ ਹੋ ਸਕਦੀ ਹੈ। ਤੀਜੀ ਗੱਲ ਨਹੀਂ ਉੱਥੇ ਕਰਨੀ ਕੋਈ, ਅਗਲੀ ਗੱਲ ਉੱਥੇ ਕੋਈ ਨਹੀਂ ਕਰਨੀ, ਕੇਵਲ ਤੇ ਕੇਵਲ ਆਹੀ ਗੱਲ ਹੋਣੀ ਚਾਹੀਦੀ ਹੈ। ਉੱਥੇ ਹਵਾਲੇ ਸਾਨੂੰ 2 ਮਿਲ ਗਏ।
ਗੁਰੂ ਪਾਤਸ਼ਾਹ ਨੇ ਬਾਣੀ 'ਚ ਦੱਸਤਾ ਹਵਾਲਾ ਪੰਜਵੇਂ ਪਾਤਸ਼ਾਹ ਨੇ, ਤੇ 10ਵੇਂ ਪਾਤਸ਼ਾਹ ਦਾ ਇਤਿਹਾਸਕ ਹਵਾਲਾ ਆਨੰਦਪੁਰ ਸਾਹਿਬ ਤੋਂ ਮਿਲ ਗਿਆ। ਤੇ ਹੁਣ ਇਦੂ ਗਾਹਾਂ ਤਾਂ ਆਪਾਂ ਨੂੰ ਕੋਈ ਵੱਡਾ ਹਵਾਲਾ ਮਿਲ ਨਹੀਂ ਸਕਦਾ। ਜੇ ਆਪਾਂ ਕਹਾਂਗੇ ਨਾ ਇਦੂ ਵੱਡੀ ਕੋਈ ਗੱਲ ਹੋਰ ਮਿਲੇ, ਇਦੂ ਵੱਡੀ ਗੱਲ ਤਾਂ ਆਪਾਂ ਨੂੰ ਭਾਈ ਕਿਤੋਂ ਵੀ ਨਹੀਂ ਮਿਲਣੀ, ਬਸ ਇਦੂ ਵੱਡੀ। ਚਲੋ ਆਪਣੀ ਗੱਲ ਸੀ ਵੀ ਪਹਿਲਾਂ ਸੱਤ ਸੰਗੀਆਂ ਵਿੱਚ ਬੈਠ ਕੇ ਰੱਬ ਦੀ ਗੱਲ ਸੁਣ, ਫਿਰ ਭਾਈ ਆਪਣੇ ਨਾ ਪਰਿਵਾਰ ਦੇ ਵਿੱਚ ਮਨ ਨੂੰ ਕਦੇ ਕਦੇ ਮਨ ਦੀ ਤੇ ਆਪਣੇ ਕਰਮ ਇੰਦਰੀ ਤੇ ਗਿਆਨ ਇੰਦਰੀਆਂ ਦੀ ਮੀਟਿੰਗ ਕਰਿਆ ਕਰ। ਕਦੇ ਕਦੇ ਨਾ ਇਹਨਾਂ ਨੂੰ ਇਕੱਠਿਆਂ ਨੂੰ ਬਹਾਇਆ ਕਰ। ਆਪਣੀਆਂ ਅੱਖਾਂ ਨੂੰ, ਹੱਥਾਂ ਨੂੰ, ਪੈਰਾਂ ਨੂੰ, ਕੰਨਾਂ ਨੂੰ, ਸਾਰੇ ਕਰਮ ਇੰਦਰੀ ਤੇ ਗਿਆਨ ਇੰਦਰੀਆਂ ਨੂੰ ਇਕੱਠੇ ਬਹਾਈ ਤੇ ਫਿਰ ਨਾ ਇਹਨਾਂ ਦੇ ਨਾਲ ਗੱਲਬਾਤ ਕਰੀ ਵੀ ਤੁਸੀਂ ਅੱਡੋ ਅੱਡ ਤਾਂ ਨਹੀਂ ਜਾਂਦੇ, ਸਾਰੇ ਜਾਂਦੇ ਅੱਡੋ ਅੱਡ ਹੈ ਨਾ। ਇਹ ਨਿਗਾਹ ਮਾਰ ਕੇ ਵੇਖੋ, ਸੱਚੀ ਮੁੱਚੀ ਨਾ ਲੱਤਾਂ, ਬਾਹਾਂ, ਪੈਰ, ਹੱਥ ਸਭ ਕੁਛ ਅੱਡੋ ਅੱਡ ਤੁਰੇ ਫਿਰਦੇ ਨੇ। ਜੇ ਅੱਡੋ ਅੱਡ ਜਾਂਦੇ ਨੇ ਤਾਂ ਇਹਨਾਂ ਨੂੰ ਕੋਸ਼ਿਸ਼ ਕਰ ਇਕੱਠੇ ਕਰਨ ਦੀ। ਇਹ ਤੇਰੇ ਲਈ ਜ਼ਿੰਦਗੀ ਦੇ ਵਿੱਚ ਸਭ ਤੋਂ ਸਫਲ ਹੋਣ ਦਾ ਤਰੀਕਾ ਵਧੀਆ, ਤੇ ਜਿਹਨੂੰ ਆਪਾਂ ਕਹਿ ਦਈਏ ਇਕਾਗਰ ਚਿੱਤ ਹੋਣਾ। ਤੇ ਇਕਾਗਰਤਾ ਦੇ ਵਿੱਚ ਬਹੁਤ ਵੱਡੀ ਬਖਸ਼ਿਸ਼ ਆ, ਉਹ ਆਪਾਂ ਪਹਿਲਾਂ ਸੁਣ ਲਿਆ। ਭਜਨ ਕਰਨ ਸਮੇਂ ਤੇ ਭੋਜਨ ਕਰਨ ਸਮੇਂ ਧਿਆਨ ਕੇਵਲ ਤੇ ਕੇਵਲ ਭਜਨ ਤੇ ਭੋਜਨ 'ਚ ਹੀ ਹੋਣਾ ਚਾਹੀਦਾ। ਭਜਨ ਤੇ ਭੋਜਨ 'ਚ ਹੀ ਹੋਣਾ ਚਾਹੀਦਾ, ਧਿਆਨ ਇੱਕ ਥਾਂ ਤੇ ਹੋਣਾ ਚਾਹੀਦਾ ਭਜਨ ਤੇ ਭੋਜਨ ਕਰਨ ਵੇਲੇ। ਫਿਰ ਬਖਸ਼ਿਸ਼ ਗੁਰੂ ਦੀ ਜ਼ਰੂਰ ਹੁੰਦੀ ਆ। ਫਿਰ ਅੱਗੇ ਪਾਤਸ਼ਾਹ ਜੀ ਕਹਿੰਦੇ ਨੇ ਸੰਤਨ ਕੈ ਸੁਨੀਅਤ, ਰੱਬ ਦੇ ਪਿਆਰਿਆਂ ਦੀ ਸਤ ਸੰਗਤ ਵਿੱਚ ਬੈਠ ਕੇ ਨਾ ਕੀ ਕਰਨਾਗਾ, ਸੰਤਨ ਕੈ ਸੁਨੀਅਤ ਪ੍ਰਭ ਕੀ ਬਾਤ। ਪ੍ਰਭ ਪ੍ਰਭੂ ਪਰਮਾਤਮਾ ਕੀ, ਉਹਦੀ ਬਾਤ ਮੀਨਸ ਗੱਲ, ਆਵਾਜ਼, ਧੁਨ, ਟਿਊਨ, ਉਹ ਵਾਹਿਗੁਰੂ ਦੀ ਸੁਣਨੀ ਆ, ਹੋਰ ਨਹੀਂ ਕੋਈ ਸੁਣਨੀ। ਫਿਰ ਅੱਗੇ ਪਾਤਸ਼ਾਹ ਜ਼ਿਕਰ ਕਰਦੇ ਨੇ, ਕਹਿੰਦੇ ਕਥਾ ਕੀਰਤਨ ਆਨੰਦ ਮੰਗਲ ਧੁਨ ਪੂਰੀ ਰਹੀ ਦਿਨ ਹਰ ਰਾਤ। ਉਹ ਗੱਲਬਾਤ ਚਾਹੇ ਕਥਾ ਦਾ ਰੂਪ ਹੋ ਸਕਦੀ ਆ, ਤੇ ਚਾਹੇ ਉਹ ਕੀਰਤਨ ਦਾ ਰੂਪ ਹੋ ਸਕਦੀ ਆ, ਤੇ ਚਾਹੇ ਉਹ ਕਾਵਿ ਰੂਪ ਦੇ ਵਿੱਚ ਬਾਣੀ ਪੜ੍ਹੀ ਜਾ ਸਕਦੀ ਆ। ਚਲੋ ਇੱਥੇ ਦੋ ਗੱਲਾਂ ਅਤੀ ਜ਼ਰੂਰੀ ਨੇ ਕਹਿਣੀਆਂ ਵੀ ਕਾਵਿ ਰੂਪ ਦੇ ਵਿੱਚ ਜਦੋਂ ਬਾਣੀ ਪੜ੍ਹੀ ਜਾਂਦੀ ਹੈ ਨਾ, ਸਾਡੀ ਜਿਹੜੀ ਸਮਝਣ ਸ਼ਕਤੀ ਹੈਗੀ, ਬੁੱਝਣ ਸ਼ਕਤੀ, ਇਹ ਘੱਟ ਕੰਮ ਕਰਨ ਕਰਕੇ ਇਸ ਗੱਲ ਨੂੰ ਸਮਝਦੇ ਨਹੀਂ। ਹਾਂ, ਬਹੁਤ ਬੜੇ ਸਿਆਣੇ ਨੇ, ਬੜੀਆਂ ਸਿਆਣੀਆਂ ਭੈਣਾਂ, ਬੜੇ ਸਿਆਣੇ ਵੀਰ ਨੇ ਜਿਹੜੇ ਕਾਵਿ ਰੂਪ ਦੇ ਵਿੱਚ ਪੜ੍ਹੀ ਜਾਣ ਵਾਲੀ ਬਾਣੀ ਨੂੰ ਸਮਝ ਲੈਂਦੇ ਨੇ, ਕੀਰਤਨ ਦੇ ਰੂਪ ਵਿੱਚ ਪੜ੍ਹੇ ਜਾਣ ਵਾਲੇ ਸ਼ਬਦ ਨੂੰ ਸਮਝ ਲੈਂਦੇ ਨੇ, ਬਹੁਤ ਨੇ। ਪਰ ਜਿਹੜੀ ਜ਼ਿਆਦਾ ਗੀ ਬਖਸ਼ਿਸ਼ ਉਹ ਵਿਚਾਰਤੀ ਹੁੰਦੀ ਆ, ਕਿਉਂਕਿ ਵਿਚਾਰ ਦੀ ਇੱਕ ਸਟੋਰੀ ਬਣ ਜਾਂਦੀ ਆ ਤੇ ਸਟੋਰੀ ਨੂੰ ਬੰਦਾ ਛੇਤੀ ਕੈਚ ਕਰ ਲੈਂਦਾ। ਸਟੋਰੀ ਨੂੰ ਭਾਵ ਬੰਦਾ ਛੇਤੀ ਪਕੜ ਵਿੱਚ ਲਿਆਉਂਦਾ। ਹੁਣ ਗੁਰੂ ਸਾਹਿਬ ਨੇ ਇੱਥੇ ਗੱਲਾਂ ਸਾਰੀਆਂ ਲਿਖਤੀਆਂ, ਕਹਿੰਦੇ ਜਿਹੜੀ ਤੈਨੂੰ ਪਸੰਦ ਆ ਤੂੰ ਉਹ ਕਰ ਲਾ, ਉਹ ਕਰ ਲਾ। ਪਲੱਸ 2 ਕਰ ਲਈ ਨਾ, ਉਦੋਂ ਬਾਅਦ ਅੱਗੇ 2-3 ਮਤਲਬ ਕੁਐਸਚਨਾਂ ਮਿਲ ਗਈਆਂ, ਕੋਰਸ ਕਰਨ ਦੀਆਂ ਮਿਲ ਗਈਆਂ, VA ਕਰਨ ਦੀਆਂ ਮਿਲ ਗਈਆਂ, ਹੋਰ ਮਿਲ ਗਈਆਂ। ਤੂੰ ਦੇਖ ਤੇਰੇ ਵਾਸਤੇ ਕਿਹੜੀ ਚੰਗੀ ਲੱਗਦੀ ਹੈ, ਤੈਨੂੰ ਕੀ ਵਧੀਆ ਲੱਗਦਾ ਉਹ ਕਰ ਲਾ। ਗੁਰੂ ਸਾਹਿਬ ਜੀ ਕਹਿੰਦੇ ਕਥਾ ਕੀਰਤਨ ਆਨੰਦ ਮੰਗਲ। ਖੁਸ਼ੀ ਸਾਰੇ ਕੰਮ 'ਚ ਹੀ ਆ, ਅਜਮਾ ਤੂੰ ਲੈ, ਜਿਹੜਾ ਮਰਜ਼ੀ ਅਜਮਾ ਲਾ ਕੰਮ, ਜਿਹੜਾ ਮਰਜ਼ੀ ਆਪਣੀ ਜ਼ਿੰਦਗੀ 'ਚ ਲਿਆ। ਫਿਰ ਅੱਗੇ ਕਹਿੰਦੇ ਨੇ ਧੁਨ ਪੂਰ ਰਹੀ ਦਿਨ ਹਰ ਰਾਤ। ਫਿਰ ਇਹ ਧੁਨੀ ਨਾ, ਧੁਨੀ ਮੀਨਸ ਆਵਾਜ਼, ਆਵਾਜ਼ ਤੋਂ ਭਾਵ ਗੁਰੂ ਦੀ ਗੱਲਬਾਤ, ਇਹ 24 ਘੰਟੇ ਤੇਰੇ ਦਿਮਾਗ ਵਿੱਚ ਚੱਲਣੀ ਚਾਹੀਦੀ ਆ। ਅੱਛਾ, ਜੇ ਗੁਰੂ ਦੀ ਗੱਲ ਨਾ ਸਾਡੇ ਦਿਮਾਗ ਵਿੱਚ 24 ਘੰਟੇ ਚੱਲਣ ਲੱਗ ਜੇ, ਐਦੂ ਵੱਡਾ ਪੁੰਨ ਕੋਈ ਨਹੀਂ। ਐਦੂ ਵੱਡਾ ਦੁਨੀਆ ਪੂਰੇ ਵਰਲਡ ਦੇ ਵਿੱਚ, ਧਰਤੀ ਪਤਾਲ ਤੇ ਆਕਾਸ਼ ਵਿੱਚ ਕਿਤੇ ਐਡੂ ਵੱਡਾ ਪੁੰਨ ਨਹੀਂ ਹੈ। ਐਡੂ ਵੱਡਾ ਚਾਹੇ ਕੋਈ ਬੰਦਾ ਕਿੱਡਾ ਮਰਜ਼ੀ ਆਪਣੇ ਵੱਲੋਂ ਦਾਨੀ ਬਣ ਜਾਵੇ, ਐਦੂ ਵੱਡਾ ਕੋਈ ਪੁੰਨ ਨਹੀਂ। ਬਾਣੀ 'ਚ ਵੀ ਪਾਤਸ਼ਾਹ ਨੇ ਜ਼ਿਕਰ ਕੀਤਾ, ਪਾਤਸ਼ਾਹ ਜੀ ਕਹਿੰਦੇ ਕੋਟ ਪੁੰਨ ਸੁਣ ਹਰ ਕੀ ਬਾਣੀ। ਹਰੀ ਦੀ ਬਾਣੀ ਸੁਣਨ ਜਿੰਨਾ ਪੁੰਨ ਕੋਈ ਨਹੀਂ ਹੈ। ਸੁਣ ਕੇ ਵੇਖੋ, ਪੁੰਨ ਜ਼ਰੂਰ ਮਿਲੂਗਾ। ਤੇ ਅੱਜ ਸਾਡਾ ਪੁੰਨ ਕਰਨ ਦਾ ਜਿਹੜਾ ਢੰਗ ਆਗਾ ਉਹ ਹੋਰ ਤਰ੍ਹਾਂ ਦਾ ਹੋ ਗਿਆ, ਹੋਰ ਤਰ੍ਹਾਂ ਦਾ ਹੋ ਗਿਆ ਨਾ। ਉਹ ਕਿਸ ਤਰ੍ਹਾਂ ਦਾ ਹੋਇਆ ਉਹ ਤੁਸੀਂ ਸਾਰੇ ਜਾਣਦੇ ਹੋ, ਉਹ ਆਪਾਂ ਨੂੰ ਬੋਲਣ ਦੀ ਲੋੜ ਨਹੀਂ। ਕੋਈ ਕਿਸ ਤਰ੍ਹਾਂ ਦਾ ਪੁੰਨ ਕਰਨ ਦਾ ਢੰਗ ਮੰਨੀ ਬੈਠਾ, ਕੋਈ ਕਿਸ ਤਰ੍ਹਾਂ ਦਾ ਮੰਨੀ ਬੈਠਾ। ਸਾਡਾ ਪੂਰੇ ਦਾ ਪੂਰਾ ਜੀਵਨ ਦਾ ਜਿਹੜਾ ਵਿਵਹਾਰ ਆ ਨਾ, ਉਹ ਪੁਜਾਰੀ ਦੀ ਹਰ ਗੱਲ ਨਾਲ ਅਟੈਚ ਆ। ਜਾ ਕੇ ਨਿਗਾਹ ਮਾਰ ਕੇ ਵੇਖਿਓ,
ਪੁਜਾਰੀ ਦੀ ਨਾ ਹਰ ਗੱਲ ਨਾਲ ਅਟੈਚ ਆ। ਪਰ ਬਾਬੇ ਨਾਨਕ ਨੇ ਪੁਜਾਰੀ ਨੂੰ 9 ਸਾਲ ਦੀ ਉਮਰ 'ਚ ਘਰੋਂ ਬਾਹਰ ਕੱਢਤਾ ਸੀ, ਤੈਨੂੰ ਮੇਰੇ ਘਰੇ ਖਬਰਦਾਰ ਅਜਿਹੀ ਮਨਮਤ ਫੈਲਾਉਣ ਦਾ ਕੋਈ ਹੱਕ ਨਹੀਂ ਹੈ। 9 ਸਾਲ ਦੀ ਉਮਰ 'ਚ ਨਾ ਬਾਬੇ ਨਾਨਕ ਨੇ ਇੱਕ ਵੱਡੀ ਸਾਰੀ ਉਮਰ ਦੇ ਬਜ਼ੁਰਗ ਨੂੰ ਨਾ ਠੋਕਰ ਮਾਰ ਕੇ ਬਾਹਰ ਕੱਢਤਾ ਸੀ, ਤੈਨੂੰ ਇੱਥੇ ਬਾਬੇ ਨਾਨਕ ਦੇ ਘਰ ਵਿੱਚ ਮਨਮੱਤੀਏ ਕੰਮ ਕਰਨ ਦਾ ਕੋਈ ਅਧਿਕਾਰ ਨਹੀਂ ਹੈ, ਤੂੰ ਨਹੀਂ ਇੱਥੇ ਕਰਨੇ ਕੰਮ, ਖਬਰਦਾਰ। ਉਹ ਕਹਾਣੀ ਤੁਹਾਨੂੰ ਪਤਾ ਨਾ ਵੀ ਕਿਹੜੀ ਜਨੇਊ ਵਾਲੀ ਸੀ। ਉਹਦੇ ਵਿਚਾਰਾ ਪੁਜਾਰੀ ਭੱਗ ਗਿਆ ਸੀ। ਫਿਰ ਉਹ ਪੁਜਾਰੀ ਕਦੇ ਬਾਬੇ ਨਾਨਕ ਤੇ ਕੰਧ ਸਿੱਟਦਾ, ਕਦੇ ਕੁਛ ਕਰਦਾ, ਕਦੇ ਕੁਛ ਕਰਦਾ, ਕਦੇ ਕੁਛ ਕਰਦਾ। ਉਹ ਪੁਜਾਰੀ ਅੱਜ ਤੱਕ ਹੱਥ ਕੰਡੇ ਵਰਤ ਰਿਹਾ ਬਾਬੇ ਨਾਨਕ ਦੇ ਸਿਧਾਂਤ ਨੂੰ ਮਾਰਨ ਦੇ ਲਈ, ਵੀ ਮੈਂ ਇਹਨੂੰ ਖਤਮ ਕਿਵੇਂ ਕਰਾਂ। ਅੱਜ ਤੱਕ ਉਹ ਕੰਮ ਕਰੀ ਜਾਂਦਾ ਗਾ। ਪਰ ਕਮਾਲ ਆ, ਬਾਬੇ ਨਾਨਕ ਨੇ 9 ਸਾਲ ਦੀ ਉਮਰ 'ਚ ਘਰ ਦੇ ਵਿੱਚੋਂ ਨਾ ਸਾਰੀ ਮਨਮਤ ਕੂੜਾ ਕਰਕਟ ਹੂੰਝ ਕੇ ਬਾਹਰ ਸੁੱਟਤਾ ਸੀਗਾ। ਅਸੀਂ ਜਿੰਨਾ ਬਾਬੇ ਨਾਨਕ ਨੇ ਕੂੜਾ ਬਾਹਰ ਸਿੱਟਿਆ ਸੀ, ਸਾਰਾ ਜਵਾਕਾਂ ਵਾਂਗੂ ਨਾ ਅੰਦਰ ਲਿਆਈ। ਜਿਵੇਂ ਹੁਣ ਮਾਂ ਨੇ ਝਾੜੂ ਪੋਚਾ ਕੀਤਾ ਨਾ, ਕਮਰੇ ਸਫਾਈ ਕੀਤੀ ਹੈ, ਤੇ ਬੱਚਿਆਂ ਦਾ ਸੁਭਾਅ ਆਪਾਂ ਕੰਪੈਰੀਜ਼ਨ ਕਰਕੇ ਦੇਖੋ ਆਪਣੇ ਆਪ ਨੂੰ। ਬੱਚਿਆਂ ਦਾ ਸੁਭਾਅ, ਜਿਹੜਾ ਕੂੜਾ ਮੰਮੀ ਨੇ ਬਾਹਰ ਕੱਢਿਆ ਨਾ, ਬੱਚਿਆਂ ਨੇ ਖਿੱਚ ਖਿੱਚ ਅੰਦਰ ਲਿਆਂਦਾ, ਪੈਰ ਲਵੇੜ ਲਵੇੜ ਅੰਦਰ ਲਿਆਂਦੇ। ਤੇ ਮੰਮੀ ਬਿਲਕੀ ਜਾਂਦੀ ਹੈ, ਕਹਿੰਦੀ ਪੁੱਤ ਮੈਂ ਤਾਂ ਮੱਥਾ ਮਸਾਂ ਮਾਰਿਆ ਸੀਗਾ, ਮਿਹਨਤ ਕੀਤੀ ਸੀ, ਤੂੰ ਕੀ ਕੀਤਾ ਇਹ। ਹੁਣ ਬਾਬਾ ਨਾਨਕ ਕਹਿੰਦਾ ਮੈਂ ਆ ਦਰਬਾਰ ਚੋਂ ਨਾ, ਇਸ ਘਰ ਦੇ ਵਿੱਚੋਂ ਸਾਰਾ ਕੂੜਾ ਕਰਕਟ 9 ਸਾਲ ਦੀ ਉਮਰ 'ਚ ਬਾਹਰ ਕੱਢਤਾ ਸੀਗਾ। ਪੁੱਤ ਤੂੰ ਸੰਗ ਮੰਨ ਮਾੜੀ ਮੋਟੀ, ਤੂੰ ਤਾਂ ਜਵਾਨ ਹੋਇਆ ਪਿਆ, ਤੂੰ ਤਾਂ 60-70 ਸਾਲ ਦਾ ਹੋਇਆ ਪਿਆ, ਤੇ ਤੂੰ ਸਾਰਾ ਕੂੜਾ ਅੰਦਰ ਲਿਆਈ ਜਾਨਾਗਾ। ਮਾੜਾ ਮੋਟਾ ਦੇਖ ਮੈਂ ਕਿੰਨੀ ਮਿਹਨਤ ਕੀਤੀ ਸੀ। ਆਹ ਕੂੜਾ ਕੱਢਣ ਦੇ ਲਈ ਨਾ ਮੈਂ ਆਪਣੇ ਪਿਓ ਤੋਂ ਥੱਪੜ ਖਾਦੇ ਸੀ, ਕੂੜਾ ਕੱਢਣ ਦੇ ਲਈ ਨਾ ਆਪਣੇ ਬਾਪੂ ਤੋਂ ਮੈਂ ਥੱਪੜ ਖਾਦੇ ਸੀ। ਆਹ ਕੂੜਾ ਕੱਢਣ ਦੇ ਲਈ ਮੈਂ ਸਾਰੇ ਰਿਸ਼ਤੇਦਾਰ ਆਪਣੇ ਰੁਸਾਤੇ ਸੀਗੇ, ਸਾਰੇ ਰਿਸ਼ਤੇਦਾਰ ਨਾ ਰੁੱਸ ਕੇ ਭੱਜ ਗਏ ਸੀਗੇ। ਜਿੱਦਿਆ ਕੂੜਾ ਹੁੰਜਿਆਗਾ, ਜਿੱਦਿਆ ਕੂੜਾ ਹੁੰਜਿਆ ਨਾ, ਮੇਰੀ ਤਲਵੰਡੀ ਸਾਰੀ ਦੀ ਸਾਰੀ ਮੰਗਰ ਪੈ ਗਈ ਸੀ ਮੇਰੇ, ਵੀ ਆ ਗਿਆ ਵੱਡਾ ਸਿਆਣਾ, ਆ ਗਿਆ ਇਦਾਂ ਦਾ। ਬੜੀਆਂ ਮੈਨੂੰ ਭਾਵ ਵੱਧ ਦੁਆਵਾਂ ਅਪ ਸ਼ਬਦ ਬੋਲੇ ਉਹਨਾਂ ਲੋਕਾਂ ਨੇ। ਪਰ ਮੇਰਾ ਮਿਸ਼ਨ ਇੱਕੋ ਹੀ ਸੀ ਵੀ ਜੇ ਬੈਠਣਾ, ਜੇ ਕੁਛ ਕਰਨਾ, ਤਾਂ ਕੂੜਾ ਕਰਕਟ ਬਾਹਰ ਕੱਢ ਕੇ ਫਿਰ ਮੈਂ ਬੂਟਾ ਨਵਾਂ ਲਾਉਣਾ ਇੱਥੇ। ਤੇ ਫਿਰ ਬਾਬੇ ਨਾਨਕ ਨੇ ਨਾ ਸਿੱਖੀ ਦਾ ਬੂਟਾ ਲਾਇਆ ਸੀ 9 ਸਾਲ ਦੀ ਉਮਰ ਵਿੱਚ ਤਲਵੰਡੀ ਦੀ ਧਰਤੀ ਤੇ ਉਹ ਸਿੱਖੀ ਦੇ ਬੂਟੇ ਨੂੰ 10ਵੇਂ ਪਾਤਸ਼ਾਹ ਦੇ ਪੁੱਤਾਂ ਨੇ ਆਪਣਾ ਖੂਨ ਡੋਲ ਕੇ ਪਾਣੀ ਪਾਇਆਗਾ। ਤੇ ਅਸੀਂ ਕੀ ਕਦਰ ਕੀਤੀ, ਨਿਗਾਹ ਮਾਰ ਕੇ ਵੇਖੋ। ਅਸੀਂ ਬਾਬੇ ਨਾਨਕ ਨੇ ਜਿਹੜਾ ਕੂੜਾ ਕੱਢਿਆ ਸੀ ਬਾਹਰ, ਨਾਰੀਅਲ ਉਵੇਂ ਪਿਆ, ਧਾਗੇ ਕੱਚੇ ਧਾਗੇ ਉਵੇਂ ਪਏ ਨੇਗੇ, ਜੰਤਰੀ ਉਵੇਂ ਗੁਰੂ ਥੱਲੇ ਬੈਠੀ ਹੈਗੀ। ਨਿਗਾਹ ਮਾਰ ਕੇ ਵੇਖੋ ਕਿੰਨੇ ਮਨਮੱਤੀ ਕੰਮ ਨੇ ਜਿਹੜੇ ਸਾਰੀ ਅਸੀਂ ਕਰੀ ਜਾਂਦੇ ਇੱਥੇ। ਨਿਗਾਹ ਮਾਰ ਕੇ ਵੇਖੋ ਕਿੰਨੀਆਂ ਥਾਲੀਆਂ ਘੁੰਮ ਰਹੀਆਂ ਨੇਗੀਆਂ। ਅਖੰਡ ਪਾਠ ਦੇ ਰੂਪ 'ਚ ਸਾਡਾ ਯੋਗਦਾਨ ਮਨਮੱਤ ਵਿੱਚ ਕਿੰਨਾ, ਕੂੜਾ ਖਿਲਾਰਨ ਵਿੱਚ ਕਿੰਨਾ ਗਾ। ਹੁਣ ਆਪਣੇ ਆਪ ਨੂੰ ਮਿਲ ਕੇ ਵੇਖੋ, ਅਸੀਂ ਜਵਾਕਾਂ ਨਾਲੋਂ ਘੱਟ ਆ ਕਿ ਵੱਧ ਆ। ਜਵਾਕਾਂ ਨੇ ਸਾਰਾ ਕੂੜਾ ਅੰਦਰ ਲਿਆਂਦਾ ਤੇ ਅਸੀਂ ਕਿਹੜਾ ਘੱਟ ਆ। ਉਮਰ ਭਾਵੇਂ ਸਾਡੀ 17 ਸਾਲਾਂ ਦੀ ਹੈ, ਕੀ ਕਹਿੰਦੇ ਆ, ਨਹੀਂ ਜੀ ਇਹ ਤਾਂ ਰੀਤ ਆ। ਕੌਣ ਕਹਿੰਦਾ ਰੀਤ ਆ? ਕੀ ਬਾਬੇ ਨਾਨਕ ਨੇ ਤਾਂ ਰੀਤ ਕੱਢ ਕੇ ਬਾਹਰ ਰੱਖੀ ਸੀ, ਅਸੀਂ ਮੋੜ ਕੇ ਅੰਦਰ ਲਿਆਏ। ਕੌਣ ਕਹਿੰਦਾ ਰੀਤ ਆ ਇਹ? ਸੋਚੋ। ਇਸ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਦਿਨ ਰਾਤ ਨਾ ਜੇ ਤੂੰ ਆਪਣੇ ਦਿਮਾਗ ਦੇ ਵਿੱਚ ਬਾਬੇ ਨਾਨਕ ਦੀ ਬਾਣੀ ਨੂੰ ਲੈ ਆਵੇਂ ਤਾਂ ਬਖਸ਼ਿਸ਼ ਹੋ ਜਾਏਗੀ। ਬਸ ਇੰਨੀ ਗੱਲ ਵਾਧੂ ਆ। ਦਿਨ ਰਾਤ ਤੋਂ ਭਾਵ ਕੀ ਆ, ਹਰ ਟਾਈਮ ਆਪਣੇ ਧਿਆਨ ਚ ਲਾਇਆ। ਹੁਣ ਹੋਰ ਇੱਕ ਗੱਲ ਲੱਗਦੇ ਰੱਖ ਹੋਰ ਕਹਿ ਦਈਏ ਆਪਾਂ, ਕੂੜਾ ਕੱਢਣ ਤੇ ਗੱਲ ਚੱਲੀ ਜਾਂਦੀ ਨੇ ਵੀ ਬਾਬੇ ਨਾਨਕ ਨੇ ਸਾਰਾ ਕੂੜਾ ਹੂੰਝ ਕੇ ਬਾਹਰ ਸੁੱਟਿਆ ਸੀਗਾ ਤੇ ਅਸੀਂ ਉਹ ਕੂੜਾ ਅੰਦਰ ਲਿਆਂਦਾ। ਤੇ ਹੁਣ ਇੱਕ ਕੂੜਾ ਬਾਬੇ ਨਾਨਕ ਨੇ ਹੋਰ ਵੀ ਕੱਢਿਆ ਸੀ, ਕੱਚੇ ਤਾਗਿਆਂ ਤੋਂ ਵਿਸ਼ਵਾਸ ਸਾਡਾ ਉਠਾਇਆ ਸੀ ਵੀ ਤੁਸੀਂ ਇਹਨਾਂ ਤੇ ਵਿਸ਼ਵਾਸ ਨਹੀਂ ਕਰਨਾ, ਮਨਮੱਤੀ ਕੰਮਾਂ ਤੇ ਨਹੀਂ ਕਰਨਾ। ਅੱਜ ਸਾਲ ਬਾਅਦ ਕੱਚੇ ਤਾਗਿਆਂ ਦਾ ਤਿਉਹਾਰ ਵੀ ਆਉਂਦਾ ਤੇ ਸਾਡਾ ਯੋਗਦਾਨ ਮਾਫ ਕਰਨਾ 100 ਤਾਂ ਨਹੀਂ ਕਹਿ ਸਕਦੇ, ਵਿੱਚ 20% ਚਲੋ 15% ਵੀਰ ਭੈਣਾਂ ਨੇ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਵੀ ਇਹ ਤਾਂ ਵਪਾਰੀ ਸਿਸਟਮ ਦੇ ਨਾਲ ਜੁੜਿਆ ਹੋਇਆ ਢਾਂਚਾ, ਸਾਰਾ ਵਪਾਰੀ ਸਿਸਟਮ ਦੇ ਨਾਲ। ਕਿਵੇਂ ਮਠਿਆਈ ਵੇਚਣੀ ਆ, ਕਿਵੇਂ ਤਾਗੇ ਰੁਪਈਏ ਵਾਲੇ ਤਾਗੇ ਕਿਵੇਂ 50-50 100-100 ਦੇ ਵੇਚਣੇ ਆ। ਅਗਲੇ ਨੇ ਤਾਂ ਸਾਡੀ ਜੇਬ ਚੋਂ ਪੈਸੇ ਕਢਾਉਣੇ, ਜੇ ਮਰਜ਼ੀ ਕਢਾਓ, ਠੀਕ ਹੈ ਨਾ। ਫਿਰ ਉਹ ਬਣਾਤਾ ਕੀ ਇਹ ਆ, ਕਹਿੰਦੇ ਜੀ ਰਕਸ਼ਾ ਬੰਧਨ। ਹੁਣ ਅੱਜ ਦੇ ਨੌਜਵਾਨ ਤਾਂ ਚਿੱਟੇ ਨੇ ਖਤਮ ਕੀਤੇ ਪਏ ਨੇ, ਰਕਸ਼ਾ ਕੌਣ ਕਰੂਗਾ ਸਾਡੀ?
ਸੋ ਕਰ ਜਿਹੜੇ ਨੌਜਵਾਨ ਤੋਂ ਭੈਣ ਆਸ ਰੱਖਦੀ ਆ ਵੀ ਆਹ ਵੀਰ ਮੇਰੀ ਰਾਖੀ ਕਰੂਗਾ, ਉਹ ਵੀਰ ਦੀਆਂ ਤਾਂ ਖੜੇ ਦੀਆਂ ਲੱਤਾਂ ਕੰਬੀ ਜਾਂਦੀਆਂ ਨੇ। ਨਿਗਾਹ ਤਾਂ ਮਾਰ ਕੇ ਵੇਖੋ, ਉਦੋਂ ਤਾਂ ਹੋ ਸਕਦਾ ਭੈਣ 'ਚ ਦਮ ਵੱਧ ਹੋਵੇ, ਭੈਣ ਦੇ ਵਿੱਚ ਦਮ ਵੱਧ ਹੋਵੇ, ਹੈ ਵੀ ਵੱਧ। ਮੈਂ 2 ਦਿਨ ਪਹਿਲਾਂ ਨਾ ਕਿਸੇ ਚਲੋ ਭੈਣਾਂ ਦੇ ਨਾਲ ਬੱਚੀਆਂ ਦੇ ਨਾਲ ਗੱਲ ਕਰ ਰਿਹਾ ਸੀ, ਮੈਂ ਕੁਦਰਤੀ ਗੱਲਾਂ ਇਦਾਂ ਦੀਆਂ ਕਰਨ ਲੱਗ ਗਿਆ। ਮੈਂ ਕਿਹਾ ਤੁਸੀਂ ਐਂ ਦੱਸੋ ਆਪਣੇ ਭਰਾਵਾਂ ਨਾਲ ਕਦੇ ਲੜੀਆਂ? ਕਹਿੰਦੀਆਂ ਹਾਂ ਲੜੀਆਂ। ਤੇ ਮੈਂ ਕਿਹਾ ਫਿਰ ਜਦੋਂ ਤੁਸੀਂ ਆਪਣੇ ਭਰਾਵਾਂ ਨਾਲ ਲੜਦੀਆਂ ਜਫੋ ਜਫੀ ਹੁੰਨੇ ਹੋ ਤੇ ਤੁਹਾਡੇ ਤਕੜਾ ਕੌਣ ਹੁੰਦਾ ਗਾ? ਹੱਸ ਪਈਆਂ, ਕਹਿੰਦੀਆਂ ਅਸੀਂ ਵੀ ਢੂਹੀ ਕਦੇ ਕਦੇ ਲਾ ਜਾਂਦੀਆਂ ਆਪਦੇ ਭਰਾਵਾਂ ਦੀਆਂ। ਭਰਾ ਬਰੋਬਰ ਦਾ ਨਾ ਹੋ ਸਕਦਾ, ਭਰਾ ਤਕੜਾ ਵੀ ਹੋਵੇ, ਬਰੋਬਰ ਦਾ ਭਰਾ ਗਾ, ਤਕੜਾ ਵੀ ਆ। ਕਹਿੰਦੀਆਂ ਜਦੋਂ ਲੜ ਪੈਂਦੀਆਂ ਨਾ, ਜਦੋਂ ਆਪਸ ਵਿੱਚ ਜਫੋ ਜਫੀ ਹੁੰਦੀਆਂ ਭਰਾਵਾਂ ਤੇ ਭੈਣਾਂ ਦਾ, ਹੈ ਤਾਂ ਪਿਆਰ ਹੀ ਆ, ਪਰ ਪਿਆਰ ਦੇ ਵਿੱਚ ਉੱਥੇ ਕਦੇ ਨਾ ਕਦੇ ਥੋੜਾ ਬਹੁਤਾ ਕਰਾਰ ਵੀ ਆਉਂਦਾ। ਭੈਣ ਕਹਿੰਦੀ ਮੈਂ ਜਿੱਤ ਜਾਂਦੀ ਆ। ਅੱਛਾ, ਜੇ ਆਪਣੇ ਬਰੋਬਰ ਦੀ ਧਿਰ, ਬਰੋਬਰ ਦੀ ਉਮਰ ਦੇ ਭਰਾ ਨੂੰ ਤੂੰ ਭਾਵ ਕਾਬੂ ਕਰ ਸਕਦੀਆਂ ਤਾਂ ਭੈਣੇ ਇੱਕ ਗੱਲ ਦਾ ਧਿਆਨ ਰੱਖੀ, ਫਿਰ ਜਿਹੜੇ ਹਮਲਾਵਰ ਬਾਹਰੋਂ ਚੜ ਕੇ ਆਉਂਦੇ ਨਾ, ਦੁਸ਼ਮਣ ਬਾਹਰੋਂ ਚੜ ਕੇ ਆਉਂਦੇ ਨੇ, ਆ ਪਿੰਡਾਂ ਦੀਆਂ ਗਲੀਆਂ ਮੁਹੱਲਿਆਂ ਵਿੱਚ ਫਿਰਦੇ ਨੇ, ਇਹਨਾਂ ਨਾਲ ਮੁਕਾਬਲਾ ਕਿਉਂ ਨਹੀਂ ਕਰ ਸਕਦੇ? ਫਿਰ ਸਾਡੇ ਕਿਹੜਾ ਵਾਹਿਗੁਰੂ ਨੇ ਇੱਕ ਹੱਥ ਲਾਇਆ ਵੀ ਉਹਨਾਂ ਦੇ 4 ਹੱਥ ਲਾਏ ਨਹੀਂ ਵੀ ਉਹਨਾਂ ਨਾਲ ਮੁਕਾਬਲਾ ਨਹੀਂ ਕਰ ਸਕਦੇ? ਕਰ ਸਕਦੇ ਆ, ਪਰ ਉੱਥੇ ਸਾਡੇ ਅੰਦਰ ਇਦਾਂ ਦਾ ਭਾਵ ਬਣ ਜਾਂਦਾ ਵੀ ਅਸੀਂ ਤਾਂ ਕੁੜੀਆਂ, ਅਸੀਂ ਤਾਂ ਬੁੜੀਆਂ, ਅਸੀਂ ਕੀ ਲੈਣਾਗਾ। ਉਦੋਂ ਸਾਡੇ ਅੰਦਰ ਭਾਵ ਆ ਬਣ ਜਾਂਦਾ। ਫਿਰ ਤਾਂ ਮਾਤਾ ਭਾਗ ਕੌਰ ਨਾਲ ਹੀ ਸੋਚੀ ਜਾਂਦੀ ਵੀ ਚੱਲ ਮਹਾਂ ਸਿੰਘ ਅਰਗਣ ਤਾਂ ਬਦਾਵਾ ਲਿਖ ਕੇ ਲੈ ਦੇਤਾ, ਚਲੋ ਕੋਈ ਨਾ, ਜੋ ਇਹਨਾਂ ਨੇ ਕਰਤਾ ਠੀਕ ਆ, ਪਰ ਮੈਂ ਕਾਹਨੂੰ ਮੂਹਰੇ ਜਾਣਾਗਾ? ਕੀ ਕਹਿਣਗੇ ਲੋਕ ਮੈਨੂੰ ਜੇ ਮੂਹਰੇ ਵਾਗੀ? ਕਹਿੰਦੀ ਚੰਗਾ ਫਿਰ ਤੁਸੀਂ ਜਾਓ, ਪਾਓ ਚੂੜੀਆਂ, ਜਾਓ ਤੁਸੀਂ ਜਾਓ ਇੱਥੋਂ, ਠੀਕ ਆ, ਪਰ ਮੈਂ ਨਹੀਂ ਵਾਪਸ ਜਾਣਾਗਾ। ਤੇ ਜੇ ਮਾਤਾ ਭਾਗ ਕੌਰ ਮੂਹਰੇ ਆਈ ਆ ਤਾਂ ਸੱਚ ਜਾਣਿਓ ਉਹਨਾਂ ਦਾ ਵੀ ਉਧਾਰ ਹੋ ਗਿਆ, ਜਿਹੜਿਆਂ ਨੇ ਗੁਰੂ ਸਾਹਿਬ ਨੂੰ ਬਦਾਵਾ ਲਿਖਿਆ ਸੀ। ਬਖਸ਼ਿਸ਼ ਉਹਨਾਂ ਤੇ ਵੀ ਹੋ ਗਈ। ਬਖਸ਼ਿਸ਼ ਕਿਹਨੇ ਕਰਵਾਈ ਹੈਗੀ? ਇੱਕ ਮਾਂ ਨੇ ਕਰਵਾਈ ਹੈ, ਇੱਕ ਭੈਣ ਨੇ ਕਰਵਾਈ ਆ। ਮਾਤਾ ਖੀਵੀ ਮੂਹਰੇ ਆਈ ਆ, ਬੇਬੇ ਨਾਨਕੀ ਮੂਹਰੇ ਆਈ ਆ, ਪਰ ਕਹਿਣ ਤੋਂ ਭਾਵ ਮੂਹਰੇ ਆਉਣ ਦੀ ਲੋੜ ਆ, ਪਿੱਛੇ ਹਟਣ ਦੀ ਲੋੜ ਨਹੀਂ। ਫਿਰ ਕੱਚੇ ਤਾਗਿਆਂ ਤੇ ਵਿਸ਼ਵਾਸ ਨਹੀਂ, ਆਪਣੇ ਅੰਦਰ ਦੇ ਗਿਆਨ ਤੇ ਵਿਸ਼ਵਾਸ ਰੱਖੋ। ਤੁਹਾਡੇ ਪੱਲੇ ਗਿਆਨ ਹੈ, ਤੁਹਾਡੇ ਪੱਲੇ ਇੱਜ਼ਤ ਹੈ, ਫਿਰ ਕੱਚੇ ਤਾਗੇ ਨਾ ਬੰਨਣ ਦੀ ਲੋੜ ਆ ਤੇ ਨਾ ਬਣਾਉਣ ਦੀ ਲੋੜ ਆ। ਇਹ ਜਿਹੜਾ ਸਿਸਟਮ ਆ ਸਾਰਾ ਵਪਾਰੀ ਕਰਨ ਨਾਲ ਜੁੜਿਆ ਮੈਂ ਸਾਰਾ ਵਪਾਰੀ ਕਰਨਾ ਜੁੜਿਆ ਪਿਆ। ਸੋ ਗੁਰੂ ਕਿਰਪਾ ਕਰੇ। ਇਹ ਬਾਬੇ ਨਾਨਕ ਨੇ ਭਾਈ ਕੂੜ ਕਵਾੜ ਨਾ ਕੱਢ ਕੇ ਬਾਹਰ ਸੁੱਟਿਆ ਸੀਗਾ, ਅਸੀਂ ਮੁੜ ਕੇ ਅੰਦਰ ਨਾ ਲੈ ਕੇ ਆਈਏ। ਹਾੜਾ ਹੱਥ ਬੰਨ ਕੇ ਬੇਨਤੀ ਆ। ਇੱਕ ਗੱਲ ਹੋਰ ਮੈਂ ਸੱਚੀ ਜੀ ਕਹਿ ਦੇਵਾਂ, ਸੱਚ ਤੇ ਤੁਰੋਂਗੇ ਸਵਾਦ ਬਹੁਤ ਜ਼ਿਆਦਾ ਜ਼ਿੰਦਗੀ ਜਿਉਣ ਦਾ ਆਉਂਦਾਗਾ। ਝੂਠ ਨਾਲ ਸਮਝੌਤਾ ਕਰਕੇ ਤੁਰੋਂਗੇ ਨਾ, ਪੈਰ ਪੈਰ ਤੇ ਤੁਹਾਨੂੰ ਝੂਠ ਬੋਲਣਾ ਪਊਗਾ ਤੇ ਪੈਰ ਪੈਰ ਤੇ ਤੁਹਾਨੂੰ ਨਾ ਮੂੰਹ ਨੀਵਾਂ ਕਰਨਾ ਪਊ। ਝੂਠ ਨਾਲ ਤੁਰ ਕੇ ਤੇ ਸੱਚ ਨਾਲ ਤੁਰ ਕੇ ਭਾਵੇਂ ਕੋਈ ਗੱਲ ਨਹੀਂ ਵੋਟ ਤੇ ਸਪੋਰਟ ਘੱਟ ਹੀ ਹੋਵੇ, ਪਰ ਧੌਣ ਜ਼ਰੂਰ ਤਹਾਂ ਰਹੂ। ਤੇ ਝੂਠਿਆਂ ਦੀ ਧੌਣ ਨੀਵੀਂ ਹੁੰਦੀ ਆ, ਕਦੇ ਅਜਮਾ ਕੇ ਵੇਖ ਲਿਓ, ਕਦੇ ਵੀ ਪਰਖ ਕਰਕੇ ਵੇਖ ਲਓ। ਜਿਨ੍ਹਾਂ ਨੇ ਝੂਠ ਨਾਲ ਜੁੜ ਕੇ ਦੁਨੀਆ ਦੇ ਵਿੱਚ ਜ਼ਿੰਦਗੀ ਜਿਉਣੀ ਆ ਨਾ, ਉਹਨਾਂ ਦੀ ਧੌਣ ਨੀਵੀਂ ਹੁੰਦੀ ਆ। ਚਾਹੇ ਕੋਈ ਲੀਡਰ ਆ ਤੇ ਚਾਹੇ ਕੋਈ ਆਮ ਆ ਤੇ ਚਾਹੇ ਕੋਈ ਖਾਸ ਆ, ਚਾਹੇ ਕੋਈ ਮਹੰਤਾ ਤੇ ਚਾਹੇ ਕੋਈ ਸੰਤ ਆ, ਕੋਈ ਹੈਗਾ। ਅੱਛਾ, ਜਿਹੜਾ ਸੱਚ ਨਾਲ ਜੁੜਿਆ ਉਹ ਭਾਵੇਂ ਘਾਹ ਖੋਤਣ ਵਾਲਾ ਘਾਹੀ ਸਿੱਖ ਆ, ਜਹਾਂਗੀਰ ਦੇ ਦਰਬਾਰ ਵਿੱਚ ਵੀ ਧੌਣ ਡੰਡੇ ਵਾਂਗੂ ਸਿੱਧੀ ਆ, ਉੱਥੇ ਵੀ ਧੌਣ ਨੀਵੀਂ ਨਹੀਂ ਹੋਏਗੀ। ਤੇ ਸਾਡੀਆਂ ਧੌਣਾਂ ਮਾਮੂਲੀ ਜਿਹਾ ਬੰਦਾ ਹੁੰਦਾ, ਹੱਥ ਬੰਨੀ ਜਾਂਦੇ ਹੁੰਦੇ ਆ, ਨਸ਼ਈ ਬੰਦਾ ਹੁੰਦਾ, ਪਰ ਹੁਣ ਤਾਂ ਬਖਸ਼ੀ ਨਸ਼ਈਆਂ ਤੇ ਹੁੰਦੀਆਂ ਨੇ ਸਾਰੀਆਂ। ਤੇ ਅਹੁਦੇਦਾਰੀਆਂ ਕਿਹਨੂੰ ਮਿਲਦੀਆਂ ਨੇ? ਜਿੰਨੇ ਲੁੱਚੇ ਨੇ, ਜਿੰਨੇ ਖਤਰਨਾਕ ਨੇ। ਉਹਨੂੰ ਇਹ ਬਣਾਤਾ ਜੀ ਅਕਾਲੀ ਦਲ ਦਾ ਪ੍ਰਧਾਨ, ਆਹਾ ਜੀ ਇਹ ਬਣਾਤਾ ਜੀ ਕਾਂਗਰਸ ਦਾ, ਆਹਾ ਇਹ ਝਾੜੂ ਵਾਲਾ ਦਾ ਬਣਾਤਾ, ਲੈ ਲਓ ਪ੍ਰਧਾਨੀਆਂ, ਤੁਰੇ ਫਿਰੋ। ਸੋਚੋ ਵੀ ਸਾਡਾ ਜੀਵਨ ਰੁਕਿਆ ਕਿੱਥੇ ਖੜਾ? ਇੱਥੇ ਹੀ ਰੁਕਿਆ ਖੜਾ ਕਿ ਕਿਤੇ ਹੋਰ ਵੀ ਅੱਗੇ ਤੁਰਨਾਗਾ? ਆਪਾਂ ਆਪਣੇ ਆਪ ਨੂੰ ਸੰਭਾਲ ਕੇ ਦੇਖੀਏ, ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਫਿਰ ਹੋਣੀ ਆ। ਸਤਿਗੁਰੂ ਪਾਤਸ਼ਾਹ ਨੇ ਇੱਥੇ ਕਿਹਾ ਸਾਨੂੰ, ਕਹਿੰਦੇ ਭਾਈ ਫਿਰ ਤੇਰੇ ਦਿਮਾਗ ਵਿੱਚ ਨਾ ਦਿਨ ਤੇ ਰਾਤ ਰੱਬ ਦੀ ਬਾਣੀ ਦਾ ਥੋੜਾ ਜਿਹਾ ਪ੍ਰਭਾਵ ਪੈ ਗਿਆ ਨਾ, ਥੋੜਾ ਜਿਹਾ ਕਿਹਾ, ਵਾਲਾ ਨਹੀਂ ਕਿਹਾ। ਜਿਹੜੀਆਂ ਮੰਨ ਕੇ ਚੱਲੋ ਨਾ, ਚਲੋ ਇੱਥੇ ਗੱਲ ਆ ਗਈ ਹੁਣ ਰੋਟੀਆਂ ਛਕਦੇ ਆਂਗੇ, ਉਹਦੇ ਵਿੱਚ ਆਪਾਂ 5 ਰੋਟੀਆਂ ਖਾ ਲਈਆਂ, ਮੰਨ ਲਓ ਵੀ ਸਰੀਰ ਦੇ ਹਿਸਾਬ ਨਾਲ 5 ਦੀ ਖੁਰਾਕ ਆ, ਛਕ ਲਈਆਂ, ਪਰ ਵਾਹਿਗੁਰੂ ਭਲਾ ਕਰੇ, ਮੇਰਾ ਆਪਣਾ ਤਜਰਬਾ ਨਹੀਂ, ਤੁਸੀਂ ਕਿਸੇ ਵੈਦ ਤੋਂ ਕਿਸੇ ਡਾਕਟਰ ਤੋਂ ਪੁੱਛ ਕੇ ਦੇਖ ਲਿਓ, ਜਿਹੜੀ ਸਰੀਰ ਨੂੰ એનર્ਜੀ ਦੇਣੀ ਆ ਨਾ, 2 ਨਹੀਂ ਦੇਣੀ ਆ, 2 ਨੇ, 5 ਵਿੱਚੋਂ 2 ਨਹੀਂ એનર્ਜੀ ਦੇਣੀ ਆ, ਬਾਕੀ ਤਾਂ ਪੇਟ ਭਰਨ ਦੇ ਲਈ ਨਾ ਆਪਾਂ ਸਵਾਦ ਦਾ ਕਰਕੇ ਛਕ ਲਈਆਂ ਬਸ। ਉਹਦੇ ਨਾਲ ਮਤਲਬ ਕੋਈ ਨਹੀਂ, 5 ਦੀਆਂ 6 ਵੀ ਕਰ ਸਕਦੇ ਆਪਾਂ, ਕੋਈ ਮਤਲਬ ਨਹੀਂ, ਉਹ ਜਿੰਨੀਆਂ ਮਰਜ਼ੀ ਛਕੋ, ਪਰ ਜਿਹੜਾ ਉਹਦੇ ਚੋਂ ਰਸ ਦੇਣਾਗਾ, ਖੂਨ ਬਣਨਾ, ਉਹ 2 ਨਹੀਂ ਬਣਾਉਣਾ, ਬਾਕੀ ਤਾਂ ਉਹ ਸਾਰਾ એનર્ਜੀ ਵੇਸਟ ਆ ਉਹਨਾਂ ਦੀ।
ਇਵੇਂ ਜਿਵੇਂ ਗੁਰੂ ਪਾਤਸ਼ਾਹ ਜੀ ਕਹਿੰਦੇ ਬਖਸ਼ਿਸ਼ ਤਾਂ ਤੇਰੇ ਤੇ ਇੱਕ ਗੁਰੂ ਦੇ ਸ਼ਬਦ ਨਹੀਂ ਕਰਨੀਆਂ, ਬਾਕੀ ਦੁਨੀਆ ਦੇ ਵਿੱਚੋਂ ਜੋ ਮਰਜੀ ਨਿੱਕ ਸੁੱਖ ਇਕੱਠਾ ਕਰੀ ਚੱਲ, ਉਹਦੇ ਨਾਲ ਕੁਝ ਵੀ ਨਹੀਂ ਹੋਣਾਗਾ। ਫਿਰ ਇਸੇ ਕਰਕੇ ਕਿਹਾ ਦਿਨ ਤੇ ਰਾਤ ਵਿੱਚ ਨਾ ਇੱਕ ਅੱਧਾ ਸ਼ਬਦ ਜ਼ਰੂਰ ਤੂੰ ਗੁਰੂ ਦਾ ਸੁਣਿਆ ਕਰ ਭਾਈ, ਇੱਕ ਅੱਧਾ। ਜਿਵੇਂ ਆਪਾਂ ਕਹਦੇ ਇੱਕ ਅੱਧੀ ਰੋਟੀ ਦਾ ਖਾ ਲਿਆ ਕਰ, ਇੱਕ ਅੱਧਾ ਸ਼ਬਦ ਤਾਂ ਜ਼ਰੂਰ ਸੁਣਿਆ ਕਰ, ਪਰ ਜਿਹੜਾ ਸੁਣਨਾ ਉਹ ਧਿਆਨ ਇਕਾਗਰ ਕਰਕੇ ਸੁਣਨਾਗਾ। ਭਾਵ ਭਜਨ ਉਹ ਆਪਾਂ ਪਹਿਲਾਂ ਗੱਲ ਕਰ ਲਈ, ਤੇ ਭੋਜਨ ਕਰਨ ਸਮੇਂ ਧਿਆਨ ਇੱਕ ਥਾਂ ਰੱਖੀ ਬਸ। ਅੱਗੇ ਪਾਤਸ਼ਾਹ ਜ਼ਿਕਰ ਕਰਦੇ ਨੇ, ਕਰ ਕਿਰਪਾ ਆਪਣੇ ਪ੍ਰਭ ਕੀਨੇ, ਨਾਮ ਆਪਣੇ ਕੀ ਕੀਨੀ ਦਾਤ। हे ਵਾਹਿਗੁਰੂ ਜੀ, ਤੂੰ ਆਪਣੇ ਜੀਵਨ ਵਿੱਚ ਮੇਰੇ ਮਾਲਕ ਜੀ ਮੇਰੇ ਤੇ ਬਖਸ਼ਿਸ਼ ਕਰੋ, ਆਪਣੇ ਨਾਮ ਦੀ ਕਿਰਪਾ ਸਦਕਾ ਨਾ ਮੇਰੀ ਸੁਰਖਰੂ ਮੇਰੀ ਸੋਹਣੀ ਜ਼ਿੰਦਗੀ ਬਣਾਓ। ਫਿਰ ਅੱਗੇ ਕਹਿੰਦੇ ਨੇ, ਆਠ ਪਹਿਰ ਗੁਣ ਗਾਵਤ ਪ੍ਰਭ ਕੇ। ਜਦੋਂ ਮੈਂ ਵਾਹਿਗੁਰੂ ਦੇ ਗੁਣ ਗਾਉਣੇ ਸ਼ੁਰੂ ਕਰਤੇ ਨਾ ਅੱਠੇ ਪਹਿਰ, ਫਿਰ ਅੱਗੇ ਕੀ ਲਿਖਿਆਗਾ, ਕਾਮ ਕ੍ਰੋਧ ਇਸ ਤਨ ਤੇ ਜਾਤ। ਕਾਮ ਕ੍ਰੋਧ ਇਸ ਤਨ ਤੇ ਜਾਤ, ਉਹ ਪਾਸੇ ਹੋ ਜਾਣਗੇ। ਪਹਿਲਾਂ ਤੋਂ ਉਹ ਇੱਕ ਨੰਬਰ ਤੇ ਬੈਠੇ ਨੇਗੇ, ਮੂਰੇ ਬੈਠੇ ਆ ਨਾ, ਫਿਰ ਉਹ ਸਾਈਡ ਤੇ ਹੋ ਜਾਣਗੇ, ਰਹਿਣਗੇ ਕੋਲ ਹੀ, ਦੂਰ ਨਹੀਂ ਜਾਣਗੇ ਕਿਤੇ ਵੀ, ਉਹ ਸਾਈਡ ਤੇ ਹੋ ਜਾਣਗੇ। ਫਿਰ ਪਾਤਸ਼ਾਹ ਜੀ ਕਹਿੰਦੇ ਸਤਨ ਤੇ ਜਾਤ, ਉਹ ਚਲੇ ਜਾਣਗੇ ਭਾਈ, ਬਿਮਾਰੀਆਂ ਖਤਮ ਹੋ ਜਾਣਗੀਆਂ। ਹੁਣ ਬਿਮਾਰੀ ਆਈ ਕਿੱਥੋਂ ਆ ਕੋਈ ਪਤਾ ਨਹੀਂ, ਸਰੀਰ ਵਿੱਚੋਂ ਨਿਕਲ ਕੇ ਜਾਊ ਕਿੱਥੋਂ ਕੋਈ ਪਤਾ ਨਹੀਂ। ਜੇ ਦੇਖੀਏ ਤਾਂ ਆਈ ਵੀ ਸਰੀਰ ਚੋਂ ਹੀ। ਮਸਕੀਨ ਕਹਿੰਦਾ ਹੁੰਦਾ ਨਾ 1000 ਬਿਮਾਰੀ ਸਾਡੇ ਸਰੀਰ ਦੇ ਵਿੱਚ ਪਰਮਾਨੈਂਟ ਟਿਕੀ ਪਈ ਆ। 1000 ਬਿਮਾਰੀ ਨਾ, ਗਿਣਤੀ ਦੀ 1000 ਬਿਮਾਰੀ, ਇੱਕ 50-60 ਕਿਲੋ ਸਰੀਰ ਦੇ ਵਿੱਚ ਨਾ ਟਿਕੀ ਪਈ ਆ, ਪਰ ਉਹ ਪਤਾ ਨਹੀਂ ਕਦੋਂ ਫੁੱਟ ਪਏ ਵਿੱਚੋਂ। ਬਸ ਉਹਨੂੰ ਫੁੱਟਣ ਨਾ ਦਿਓ। ਸਿਆਣਾ ਕਿਸਾਨ ਉਹੀ ਆ ਜਿਹੜਾ ਨਦੀਨ ਨੂੰ ਫੁੱਟਣ ਨਹੀਂ ਦਿੰਦਾ। ਉਦੋਂ ਸਿਆਣਾ ਉਹ ਆ ਜੇ ਫੁੱਟ ਪਿਆ ਤਾਂ ਉਹਨੂੰ ਪੱਟ ਦਿੰਦਾਗਾ। ਤੇ ਕਮਲਾ ਢੀਠ ਕੌਣ ਆ, ਜਿਹੜੇ ਨੇ ਨਦੀਨ ਉੱਤੋਂ ਦੀ ਨਿਗਾਲੇ ਫਸਲ ਦੇ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨਾ ਇੱਥੇ, ਜੇ ਹਜ਼ਾਰਾਂ ਦੀ ਗਿਣਤੀ 'ਚ ਬਿਮਾਰੀ ਟਿਕੀ ਪਈ ਆ, ਇਹਨੂੰ ਬਚਾ ਕੇ ਰੱਖ। ਬਸ ਉਹ ਕਾਮ ਕ੍ਰੋਧ ਨਾਲ ਜੁੜੀਆਂ ਹੋਈਆਂ ਬਿਮਾਰੀਆਂ ਨੇ, ਕਾਮ ਕ੍ਰੋਧ ਨੂੰ ਢੱਕ ਕੇ ਰੱਖ, ਸਾਈਡ ਤੇ ਰੱਖ, ਫਿਰ ਜੀਵਨ ਸੁਰਖਰੂ ਹੋ ਜਾਏਗਾ। ਲਾਸਟ ਵਿੱਚ ਪਾਤਸ਼ਾਹ ਜੀ ਕਹਿੰਦੇ, ਤ੍ਰਿਪਤ ਅਗਾਏ ਪੇਖ ਪ੍ਰਭ ਦਰਸ਼ਨ। ਗੁਰੂ ਦੇ ਦਰਸ਼ਨ ਕਰਕੇ ਮੇਰਾ ਜੀਵਨ ਤ੍ਰਿਪਤ ਹੋ ਗਿਆ। ਅੰਮ੍ਰਿਤ ਹਰ ਰਸ ਭੋਜਨ ਖਾਤ, ਮੈਂ ਅੰਮ੍ਰਿਤ ਭੋਜਨ ਦੇ ਨਾਲ ਆਪਣਾ ਨਾਤਾ ਜੋੜ ਲਿਆ। ਚਰਨ ਸ਼ਰਨ ਨਾਨਕ ਪ੍ਰਭ ਤੇਰੀ ਕਰ ਕਿਰਪਾ, ਸਤ ਸੰਗ ਮਲਾਤ। ਆਰੰਭਤਾ ਵੀ ਸਤ ਸੰਗਤ ਹੋਈ ਆ, ਲਾਸਟ ਵਿੱਚ ਵੀ ਗੁਰੂ ਸਾਹਿਬ ਜੀ ਕਹਿੰਦੇ, ਹੇ ਵਾਹਿਗੁਰੂ ਜੀ ਮੇਰੇ ਤੇ ਕਿਰਪਾ ਕਰੋ, ਮੈਨੂੰ ਉਹ ਸਤ ਸੰਗੀਆਂ ਨਾਲ ਮਿਲਾਓ ਜਿਨ੍ਹਾਂ ਨੇ ਕੂੜਾ ਇਕੱਠਾ ਕਰਕੇ ਬਾਹਰ ਸੁੱਟਿਆ, ਤੇ ਜਿਨ੍ਹਾਂ ਨੇ ਕੂੜਾ ਅੰਦਰ ਲਿਆਂਦਾ ਉਹਨਾਂ ਨਾਲ ਨਾਮ ਲਾਇਓ। ਸਤ ਸੰਗਤ ਮਲਾਤ, ਉਹ ਇਸ਼ਾਰਾ ਤੁਸੀਂ ਸਮਝ ਗਏ। ਬਾਬੇ ਨਾਨਕ ਨੇ 9 ਸਾਲ ਦੀ ਉਮਰ 'ਚ ਭਾਈ ਕੂੜਾ ਕਰਕਟ ਸਾਰਾ ਬਾਹਰ ਸਿੱਟਤਾ ਸੀਗਾ, ਤੇ ਅਸੀਂ ਦੁਬਾਰਾ ਚੱਕ ਕੇ ਅੰਦਰ ਨਾ ਲਿਆਈਏ। ਜੇ ਦੁਬਾਰਾ ਚੱਕ ਕੇ ਅੰਦਰ ਲਿਆਵਾਂਗੇ ਤਾਂ ਅਸੀਂ ਕਮਲੇ ਬਣ ਜਾਵਾਂਗੇ। ਬੱਚਾ ਉਹ ਨਲਾਇਕ ਹੁੰਦਾ ਜਿਹੜਾ ਮਾਤਾ ਵੱਲੋਂ ਸਫਾਈ ਕਮਰੇ ਦੀ ਕੀਤੀ ਹੈ ਤੇ ਲਿਬੜੇ ਪੈਰ ਲੈ ਕੇ ਜਾਂ ਕੂੜਾ ਕਰਕਟ ਲੈ ਕੇ ਅੰਦਰ ਆ ਜਾਊਗਾ, ਤੇ ਅਸੀਂ ਨਲਾਇਕ ਬੱਚੇ ਨਾ ਬਣਾਂਗੇ। ਸੋ ਭੁੱਲਾਂ ਦੀ ਖਿਮਾ, ਗੁਰੂ ਕਿਰਪਾ ਕਰੇ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਰਾਮ ਕਲੀ ਮਹੱਲਾ